Recall, मैं हूं जाली हमेशा की तरह एवरी मंडे इमिग्रेशन शो लैके असीं हाजिर होंगे हैं साडे स्पैशलिस्ट इकबाल दीप जी दे नाल। ते देखो साडी हमेशा कोशिश हुंदी है लॉकडाउन के थ्रू भी शो आते रहते हैं, हुण भी थ्रू वीडियो कॉल नाल असीं गलबात करांगे इकबाल दीप जी नाल। उम्मीद रखते हैं क्योंकि लॉकडाउन अज तो खुल चुके हैं, काफ़ी ईजी हो चला है, लेकिन फिर भी सानू गवर्नमेंट की गाइडलाइन फॉलो करनी पेगी। तो उम्मीद रखते हैं इकबाल दीप जी मेरे नाल स्टूडियो हाजिर होंगे नैक्सट वीक, फिर जरा होर गलबात मज़ा आती करे दा, क्योंकि वीडियो कॉल के थ्रू जरा डिस्टेंस हो जाता है तो कंपैटिबिलिटी थोड़ा फर्क पै जाता है। तो चलो मैं टाइम जाया नहीं करता, मैं उन्होंने स्वागत करते हैं। इकबाल दीप जी, वाहिगुरू का खालसा वाहिगुरू की फतेह। जी वाहिगुरू जी खालसा वाहिगुरू की फतेह भाजी, की हाल चाल पहले तो थैंक यू सो मच, तुसी ना हमेशा टाइम कट के आने हो। असी कभी भी लोगों को लेट डाउन नहीं किया, जो अपना फर्ज हैगा ਆਪਾਂ डिलीवर करते हैं। भाजी बहुत दाद दिंने हैं ਤੁਹਾਨੂੰ ਉਸ ਬਾਰੇ। थैंक यू सो मच। ਜਿਹੜੀ ਸਾਡੀ ਰੱਬ ਨੇ, ਮੈਂ ਹਮੇਸ਼ਾ ਹਰ ਸੋਚ ਕੇ ਨਾ ਜਿਹੜੀ ਸਾਡੀ ਵਾਹਿਗੁਰੂ ਨੇ ਰੱਬ ਨੇ ਡਿਊਟੀ ਲਾਈ ਹੈਗੀ ਅਸੀਂ ਉਹ ਪੂਰੀ ਕਰਾਂਗੇ। ਆਪਣੇ ਕਮਿਊਨਿਟੀ ਤੱਕ ਜਿੰਨੀ ਵੱਧ ਤੋਂ ਵੱਧ ਇਨਫੋਰਮੇਸ਼ਨ ਮੈਂ ਦੇ ਸਕਦਾ ਹੋਇਆ, ਕਿਸੇ ਨੂੰ ਮੈਂ ਹੈਲਪ ਕਰ ਸਕਦਾ ਹੋਇਆ, ਤੇ ਇਸ ਤੋਂ ਵੱਡੀ ਵਧੀਆ ਗੱਲ ਕੀ ਹੋ ਸਕਦੀ। ਬਿਲਕੁਲ ਬਿਲकुल, देखो ਤੁਸੀਂ ਬੜੇ ਐਕਸਪਰਟ ਇਮੀਗ੍ਰੇਸ਼ਨ ਦੇ ਵਿੱਚ। ਸਭ ਤੋਂ ਪਹਿਲਾਂ ਅਸੀਂ ਬੜੇ ਇੰਪੋਰਟੈਂਟ ਗੱਲਾਂ ਬਾਤਾਂ ਪੁੱਛਾਂਗੇ। ਤੇ ਇਕਬਾਲ ਦੀਪ ਜੀ, ਪਹਿਲਾਂ ਤੇ ਮੈਂ ਸਵਾਲ ਜਵਾਬ ਪੁੱਛਦੇ, ਕਾਫੀ ਲੋਕਾਂ ਦੇ कई लोग आई कैन अंडरस्टैंड रिंग नहीं करते वो, क्योंकि ऑन एयर गलबात नहीं करना चाहते, पर तुम फिर भी कॉल करके मोटी छोटी गल पूछ सकते हो। बाद विच 1 to 1 तुम गल कर सकते हो, थोड़ा नंबर उन्होंने दिता जाएगा, तुम कॉल करो 0121 551 1001 से कॉल करो। अगर लाइन बिजी होगी प्लीज़ कीप ट्राइंग। इकबाल दीप जी, सब तो पहला मैं सवाल जवाब करूँ तो पहला मैंने थोड़े बहुते दसो, जिदा अज ईज डाउन होया लॉकडाउन के विच, की हिसाब किताब है, होम ऑफिस वगैरह कितने खुले ने कितने नहीं खुले हाली? ਜੀ ਹੋਮ ਆਫਿਸ ਜਿਹੜਾ ਹੈਗਾ ਉਹ ਤੇ ਆਬਵੀਅਸਲੀ ਜਦੋਂ ਦਾ ਲਾਕਡਾਊਨ ਸ਼ੁਰੂ ਹੋਇਆ ਉਹ ਤੇ ਉਦੋਂ ਦੇ ਓਪਨ ਰਹੇ ਆ, ਵਿੱਚ ਕਈ ਡਿਪਾਰਟਮੈਂਟ ਵਿੱਚ ਸਲੋ ਹੋ ਗਏ, ਬੰਦ ਹੋ ਗਏ ਜਾਂ ਘਰੋਂ ਕੰਮ ਕਰਦੇ ਸੀਗੇ। ਇਟ ਵਾਸ ਕੁਆਇਟ ਸਲੋ। ਤੇ ਜੇ ਲੈਟਰ ਵੀ ਤੁਸੀਂ ਉਹਨਾਂ ਨੂੰ ਪਾਉਂਦੇ ਸੀ ਉਹ ਕਹਿ ਦਿੰਦੇ ਸੀਗੇ ਵੀ ਸਾਨੂੰ ਥੋੜਾ ਟਾਈਮ ਚਾਹੀਦਾ, ਪਰ ਸਲੋਲੀ ਇਟਸ ਗੈਟਿੰਗ ਬੈਕ ਟੂ ਨੋਰਮਲ। ਤੇ ਉਹ ਹੁਣ ਰਿਪਲਾਈ ਕਰਨ ਲੱਗ ਪਏ ਹੈਗੇ ਆ ਹੁਣ, ਤੇ ਕਾਫੀ ਅਪਡੇਟਸ ਆ ਰਹੀਆਂ ਹੈਗੀਆਂ, ਡਿਸੀਜਨਸ ਵੀ ਆਉਣ ਲੱਗ ਪਏ ਹੈਗੇ ਆ ਹੁਣ ਸਾਰੇ, ਕਿਉਂਕਿ 3 ਮਹੀਨੇ ਹੋ ਗਏ ਸੀਗੇ ਲਾਕਡਾਊਨ ਨੂੰ, ਨੀਅਰਲੀ 3 months ਹੋ ਗਏ ਆ ਹੁਣ। ਤੇ ਆਬਵੀਅਸਲੀ ਹੁਣ ਸਾਰੀ ਜਿਹੜੇ ਡਿਪਾਰਟਮੈਂਟਸ ਹੈਗੇ ਆ ਅਡੈਪਟਿੰਗ ਟੂ ਨਿਊ ਸਿਸਟਮ ਆਫ ਵਰਕਿੰਗ ਕੋਵਿਡ-19 ਕ੍ਰਾਈਸਿਸ ਦੇ ਵਿੱਚ, ਪਰ ਹੌਲੀ ਹੁਣ ਪਿਕਅਪ ਕਰਨਾ ਸ਼ੁਰੂ ਹੋ ਗਿਆ ਸਾਰਾ। ਤੇ ਮੈਂ ਉਮੀਦ ਕਰਦਾ ਵੀ ਜਿਹੜੇ ਵੀਜ਼ਾ ਸੈਂਟਰਸ ਜਿਹੜੇ ਕਲੋਜ਼ ਹੈਗੇ ਉਹ ਵੀ ਸਲੋਲੀ ਉਹ ਖੋਲਣਗੇ, ਤੇ ਜਿਹੜੇ ਸਰਵਿਸ ਐਂਡ ਸਪੋਰਟ ਸੈਂਟਰਸ ਵੀ ਜਿਹੜੇ ਹੈਗੇ ਆ ਜਿਹਦੇ ਵਿੱਚ ਸਪੈਸ਼ਲ ਜਿਹੜੀਆਂ ਐਪਲੀਕੇਸ਼ਨਸ ਹੁੰਦੀਆਂ, ਜਿੱਦਾਂ ਓਵਰਸਟੇਅਰਸ ਹੋ ਗਏ ਜਾਂ ਇਲੀਗਲ ਜਿਹੜੇ ਬੰਦੇ ਹੋ ਗਏ ਆਪਣੇ, ਉਹਨਾਂ ਦੀ ਐਪਲੀਕੇਸ਼ਨ ਜਿੱਥੇ ਜਾਂਦੀ ਹੈਗੀ ਉਹ ਸੈਂਟਰ ਫਿਲਹਾਲ ਹਾਲੇ ਬੰਦ ਪਏ ਹੈਗੇ ਆ। ਤੇ ਮੈਂ ਉਮੀਦ ਕਰਦਾ ਵੀ ਉਹ ਵੀ ਜਲਦੀ ਖੁੱਲਣਗੇ। ਤੇ ਫਿਲਹਾਲ ਹਾਲੇ ਉਹਦੇ ਉੱਤੇ ਕੋਈ ਗਾਈਡਲਾਈਨ ਹੈ ਨਹੀਂ ਗੀ, ਪਰ ਮੈਨੂੰ ਉਮੀਦ ਹੈਗੀ ਹੈ ਵੀ ਇਹ ਜਲਦੀ ਓਪਨ ਹੋ ਜਾਊਗਾ ਹੁਣ ਸਾਰਾ ਕੁਝ। ਬਹੁਤ ਅੱਛੇ। ਇਕਬਾਲ ਦੀਪ ਜੀ, ਮੈਂ ਹਮੇਸ਼ਾ ਲੋਕਾਂ ਨੂੰ ਕਹਿੰਦਾ ਹੁੰਦਾ ਕਿ ਜਿਹੜੇ ਤੁਸੀਂ ਵੀ ਮੈਨੂੰ ਐਡਵਾਈਸ ਕਰਦੇ ਰਹੇ, ਉਹੀ ਮੈਂ ਆਪਣੇ ਚੈਨਲ ਨੂੰ ਪਹੁੰਚਾਉਂਦਾ ਰਿਹਾ ਕਿ ਜਿਹੜੇ ਵੀ ਸਵਾਲ ਜਵਾਬ ਤੁਹਾਡੇ ਹੈਗੇ ਹੋਮ ਆਫਿਸ ਨਾਲ, ਤੁਸੀਂ ਉਹਨਾਂ ਨੂੰ ਲਿਖੀ ਜਾਵੋ। ਤੇ ਬੇਸ਼ੱਕ ਦੀ ਨਹੀਂ ਖੁੱਲੇ ਹੈਗੇ, ਲੇਕਿਨ ਐਟਲੀਸਟ ਤੁਹਾਡੀ ਐਪਲੀਕੇਸ਼ਨ ਕਿਊ 'ਚ ਪੇ ਹੋਏਗੀ, ਜਦੋਂ ਖੁੱਲਣਗੇ ਤਾਂ ਸਭ ਤੋਂ ਪਹਿਲਾਂ ਹੈਂਡਲ ਹੋਏਗਾ। इकबाल जी, बड़े लोगों के सवाल जवाब आते हैं कि उन्होंने जवाब नहीं मिलता, तो मैं उन्होंने सुजैसट करांगा कि इस मामले च उन्होंने वकील की मदद लैनी चाहिए है। मे भी तुसीं उन्होंने लिए आंसर छेती लै सकते हो, लेकिन यदि गल असीं बाद करेंगे। देखा बहुत इंपॉर्टेंट मैं गल करनी चाहना, कोई चेंजिज जो थ्रैश होल्ड 18,600 का सीगा, ਉਹਦਾ कोई चेंजिज आईयां, कुछ पता लगे, वो अपनी लोगों को पता लगनी चाहिए की हो रहा। ਹਾਂਜੀ ਥੈਂਕ ਯੂ। ਤੁਸੀਂ ਇਹ ਸਵਾਲ ਪੁੱਛਿਆ ਵੀ ਕਾਫੀ ਲੋਕਾਂ ਨੂੰ ਮੈਨੂੰ ਫੋਨ ਕਾਲ ਆ ਰਹੀਆਂ ਸੀਗੀਆਂ ਵੀ ਕਈ ਲੋਕ ਇਸ ਉੱਤੇ ਕੰਸੈਸ਼ਨ ਦੀ ਵੇਟ ਕਰ ਰਹੇ ਸੀਗੇ ਬਹੁਤ ਦੇਰ ਤੋਂ। ਤੇ ਜਿੱਦਾਂ ਤੁਸੀਂ ਕਿਹਾ ਹੈਗਾ ਵੀ 18,600 ਜਿਹੜੀ ਹੈਗੀ ਆ ਉਹ ਇਨਕਮ ਥ੍ਰੈਸ਼ਹੋਲਡ ਹੈਗਾ। ਜੇ ਤੁਸੀਂ ਕਿਸੇ ਜਿੱਦਾਂ ਤੁਸੀਂ ਬ੍ਰਿਟਿਸ਼ ਨੈਸ਼ਨਲ ਹੋ ਜਾਂ ਤੁਸੀਂ ਪਰਮਾਨੈਂਟ ਇੱਥੇ ਇੰਡੈਫੀਨਿਟਲੀ ਰਿਮੇਨ ਤੁਹਾਡੇ ਕੋਲ ਹੈਗੀ ਆ, ਜੇ ਤੁਸੀਂ ਨਾਨ EEA ਸਪਾਊਸ ਨੂੰ ਤੁਸੀਂ ਵਿਆਹ ਕੀਤਾ ਹੈਗਾ, ਫੋਰ ਐਗਜ਼ਾਮਪਲ ਜੇ ਤੁਸੀਂ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਜਾਂ ਅਫਗਾਨਿਸਤਾਨ ਤੋਂ ਜਾਂ ਨੇਪਾਲ ਤੋਂ ਤੁਸੀਂ ਵਿਆਹ ਕੀਤਾ, ਕਿਸੇ ਵੀ ਨੈਸ਼ਨੈਲਿਟੀ ਜੇ ਤੁਹਾਡੀ ਵਾਈਫ ਹੈਗੀ ਆ ਉਹ ਡਿਫਰੈਂਟ ਨੈਸ਼ਨੈਲਿਟੀ ਤੋਂ ਹੈਗੀ ਆ, ਜਿਹੜੀ ਕਿ ਆਊਟਸਾਈਡ ਯੂਰਪੀਅਨ ਯੂਨੀਅਨ ਆ, ਉਹਨੂੰ 18,600 ਸ਼ੋ ਕਰਨਾ ਪੈਂਦਾ ਹੁੰਦਾ ਸਪਾਂਸਰ ਨੂੰ, ਜਿਹੜਾ ਕਿ ਬ੍ਰਿਟਿਸ਼ ਸਿਟੀਜ਼ਨ ਆ। ਤੇ ਕਾਫੀ ਦੇਰ ਤੋਂ ਇਹ ਕਾਲਸ ਆ ਰਹੀਆਂ ਸੀਗੀਆਂ ਵੀ ਪੈਂਡੇਮਿਕ ਕਰਕੇ ਜਿਨ੍ਹਾਂ ਦੀ ਸਪਾਂਸਰਸ ਜਿਹੜੇ ਹੈਗੇ ਬ੍ਰਿਟਿਸ਼ ਸਿਟੀਜ਼ਨਸ ਜਿਹੜੇ ਹੈਗੇ ਆ, ਜਿਹੜੇ ਇੰਡੈਫੀਨਿਟਲੀ ਟੂ ਰਿਮੇਨ ਜਿਨ੍ਹਾਂ ਕੋਲ ਹੈਗੀ ਆ, ਪਰ ਉਹਨਾਂ ਦੀ ਇਨਕਮ ਥ੍ਰੈਸ਼ਹੋਲਡ ਉਹਨਾਂ ਦੀ ਡ੍ਰੌਪ ਹੋ ਗਈ ਹੈ ਬਿਕਾਜ਼ ਆਫ ਦ ਕੋਵਿਡ-19 ਕ੍ਰਾਈਸਿਸ। ਉਹਦੇ ਇਨਕਮ ਜਿਹੜੀ ਹੈਗੀ ਉਹ ਬਿਲਕੁਲ ਥੱਲੇ ਚੱਲ ਗਈ ਹੈਗੀ। ਉਹਨਾਂ ਵਾਸਤੇ ਕੀ ਕੰਸੈਸ਼ਨ ਹੈ? ਇਟ ਟੁਕ ਅਬਾਊਟ 3 months, 3 ਮਹੀਨੇ ਹੋ ਗਏ ਸੀਗੇ ਵੀ ਕੋਈ ਕੰਸੈਸ਼ਨ ਨਹੀਂ ਸੀ ਆ ਰਿਹਾ, ਕਿਉਂਕਿ ਅਸੀਂ ਲਾਸਟ ਸ਼ੋਅ ਦੇ ਵਿੱਚ ਵੀ ਜੋ ਮੈਂ ਬਾਅਦ 'ਚ ਵੀ ਮੈਂ ਕਾਲ ਕੀਤੀ, ਜਿਹੜੇ ਆਪਣੇ ਮੈਨੂੰ ਜਦੋਂ ਮੈਂ ਕਾਲਸ ਰਿਟਰਨ ਕਰ ਸੀ, 1-2 ਸਵਾਲ ਇਹੀ ਸੀਗੇ ਜਿਹੜੇ ਕਿ ਲੋਕ ਇਹ ਪੁੱਛਣਾ ਚਾਹੁੰਦੇ ਸੀਗੇ ਵੀ ਕੋਈ ਕੰਸੈਸ਼ਨ ਆਏਗਾ। ਅੱਜ ਮੇਰੇ ਕੋਲ ਆਨਸਰ ਹੈਗਾ ਉਹਨਾਂ ਵਾਸਤੇ, ਤੇ ਕੰਸੈਸ਼ਨ ਆ ਗਿਆ ਆ।
ਤੇ ਜੇ ਤੁਸੀਂ ਕੰਸੈਸ਼ਨ ਤੋਂ ਮੈਂ ਉਹਨਾਂ ਨੇ ਹੁਣ ਇੱਕ ਕੰਸੈਸ਼ਨ ਇਹ ਕੱਢਿਆ ਕਿ ਜੇ ਤੁਹਾਡੀ ਇਨਕਮ ਮਾਰਚ 2020 ਤੱਕ 18,600 ਸੀਗੀ ਤੇ ਤੁਹਾਨੂੰ ਕੋਈ ਵਰੀ ਕਰਨ ਦੀ ਲੋੜ ਨਹੀਂ ਹੈਗੀ। ਮਾਰਚ ਅਪ੍ਰੈਲ ਮਈ ਜੂਨ ਦੀ ਉਹਨਾਂ ਨੇ ਕਹਿਤਾ ਵੀ ਅਸੀਂ ਨਹੀਂ ਤੁਹਾਨੂੰ ਅਸੀਂ ਜਿਹੜੇ 3 ਮਹੀਨੇ ਜੇ ਤੁਹਾਡੀ ਜੌਬ ਚੱਲ ਗਈ ਹੈਗੀ ਆ ਤੇ ਅਸੀਂ 3 ਮਹੀਨੇ ਤੁਹਾਨੂੰ ਵੇਵ ਕਰਾਂਗੇ। ਤੇ ਜਿਹੜਾ ਕੋਈ ਬੰਦਾ ਹੈਗਾ ਜੇ ਉਹ ਕੰਮ ਕਰਦਾ ਪਿਆ ਹੈਗਾ ਉਹ ਇੰਪਲੋਇਮੈਂਟ ਉਹਦੀ ਹੈਗੀ ਆ ਤੇ ਜੇ 6 ਮਹੀਨੇ ਤੱਕ ਉਹ ਦਿਖਾ ਦੂਗਾ ਵੀ 6 ਮਹੀਨੇ ਜਦੋਂ ਮਾਰਚ ਤੱਕ ਉਹਦੀ 6 ਮਹੀਨੇ ਦੀ ਇੰਪਲੋਇਮੈਂਟ ਸੀਗੀ 18,600 ਮਾਰਚ ਤੱਕ ਉਹ ਮੀਟ ਕਰ ਰਿਹਾ ਸੀਗਾ ਰਿਕੁਆਇਰਮੈਂਟ ਨੂੰ ਤੇ ਉਹ ਆਪਣੀਆਂ ਮਾਰਚ ਤੱਕ ਦੀਆਂ ਪੇ ਸਲਿਪਸ ਦਿਖਾ ਕੇ ਆਪਣੀ ਜਿਹੜੀ ਵੀ ਉਹਨਾਂ ਦੀ ਜਿਹੜੀ ਨਾਨ EU ਜਿਹੜੇ ਨੈਸ਼ਨਲ ਜਿਨ੍ਹਾਂ ਦਾ ਵਿਆਹ ਹੋਇਆ ਹੈਗਾ ਤੁਸੀਂ ਉਹਨੂੰ ਸਪਾਂਸਰ ਕਰ ਸਕਦੇ ਹੈਗੇ ਹੋ। ਬਿਫੋਰ ਲੋਕਡਾਊਨ ਤੋਂ ਉਹਨਾਂ ਦੀ ਜਿਹੜੀ ਹੋਵੇ ਤੇ ਉਹ ਕੰਸੀਡਰ ਕਰਨਗੇ। ਠੀਕ ਹੈ ਉਹਦਾ ਅਪ ਟਿਲ ਮਾਰਚ 2020 ਜੇ ਤੁਹਾਡੀ ਇਨਕਮ 18,600 ਹੈਗੀ ਆ ਤੇ ਦੈਨ ਯੂ ਡੋਨਟ ਨੀਡ ਟੂ ਵਰੀ ਅਬਾਊਟ ਤੇ ਤੁਸੀਂ ਆਰਾਮ ਨਾਲ ਤੁਸੀਂ ਉੱਥੇ ਤੁਸੀਂ ਆਪਣੀ ਅਪ ਟਿਲ ਮਾਰਚ ਪੇ ਸਲਿਪਸ 6 ਮੰਥਸ ਪੇ ਸਲਿਪਸ 6 ਮੰਥਸ ਬੈਂਕ ਸਟੇਟਮੈਂਟਸ ਤੁਸੀਂ ਉਹਨਾਂ ਨੂੰ ਲੈ ਕੇ ਤੇ ਤੁਸੀਂ ਉਹਨਾਂ ਨੂੰ ਦਿਖਾ ਸਕਦੇ ਹੈਗੇ ਹੋ। ਮਾਰਚ ਤੱਕ ਦੀ ਤੁਹਾਡੀ ਇਨਕਮ ਉਹ ਐਕਸੈਪਟੇਬਲ ਹੈਗੀ ਆ। ਤੁਹਾਨੂੰ ਮਾਰਚ ਤੋਂ ਬਾਅਦ ਅਪ੍ਰੈਲ ਮਈ ਜੂਨ ਤੁਹਾਨੂੰ ਦਿਖਾਉਣ ਦੀ ਲੋੜ ਨਹੀਂ ਹੈਗੀ ਤੇ ਤੁਸੀਂ ਮਾਰਚ ਤੱਕ ਈਜ਼ੀਲੀ ਆਪਣਾ ਸ਼ੋਅ ਕਰਕੇ ਤੁਸੀਂ ਆਪਣੇ ਸਪਾਂਸਰ ਨੂੰ ਤੁਸੀਂ ਇੱਥੇ ਮੰਗਾ ਸਕਦੇ ਹੈਗੇ ਹੋ। ਪਲੱਸ ਜੇ ਤੁਹਾਡਾ ਸਪਾਂਸਰ ਆਲਰੇਡੀ ਤੁਸੀਂ ਇਨ ਕੰਟਰੀ ਐਪਲੀਕੇਸ਼ਨ ਵੀ ਹੈਗੀ ਆ ਤੇ ਇਹ ਰੂਲ ਇਨ ਕੰਟਰੀ ਨੂੰ ਵੀ ਉਹਨਾਂ ਨੇ ਐਪਲੀਕੇਬਲ ਹੈਗਾ। ਜੇ ਕੋਈ ਤੁਹਾਡਾ ਤੁਸੀਂ ਇੱਥੇ ਪਰਮਨੈਂਟ ਹੈਗੇ ਹੋ ਤੁਹਾਡੀ ਵਾਈਫ ਹੈਗੀ ਜੇ ਕੋਈ ਸਟੂਡੈਂਟ ਵੀਜ਼ੇ ਤੇ ਤੁਸੀਂ ਵਿਆਹ ਕੀਤਾ ਹੈਗਾ ਪਰ ਤੁਸੀਂ ਤੁਹਾਡੀ ਇਨਕਮ ਤੁਹਾਡੀ ਡ੍ਰੌਪ ਹੋ ਗਈ ਹੈਗੀ ਆ ਪੈਂਡੇਮਿਕ ਕਰਕੇ ਤੇ ਤੁਹਾਨੂੰ ਵਰੀ ਕਰਨ ਦੀ ਲੋੜ ਨਹੀਂ। ਅਪ ਟਿਲ ਮਾਰਚ ਜੇ ਤੁਹਾਡੀ ਇਨਕਮ 18,600 ਸੀਗੀ ਤੁਸੀਂ ਇਨ ਕੰਟਰੀ ਵੀ ਐਪਲੀਕੇਸ਼ਨ ਦੇ ਸਕਦੇ ਹੈਗੇ ਹੋ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ। ਪਲੱਸ ਉਹਨਾਂ ਨੇ ਇੱਕ ਹੋਰ ਕੰਸੈਸ਼ਨ ਵੀ ਇਹ ਕੱਢਿਆ ਹੈਗਾ ਵੀ ਜੇ ਤੁਹਾਨੂੰ ਫਰਲੋ ਕਰ ਦਿੱਤਾ ਹੈਗਾ ਤੁਹਾਡੀ ਜਿਹੜੀ ਇੰਪਲੋਇਮੈਂਟ ਤੁਹਾਡੀ 80% ਰਹਿ ਗਈ ਹੈਗੀ ਹੈ ਜੇ ਤੁਹਾਨੂੰ ਫਰਲੋ ਤੇ ਤੁਸੀਂ ਹੈਗੇ ਹੋ ਤੇ ਉਹ ਦੇ ਵਿਲ ਟੇਕ ਇਟ ਐਸ 100% ਆਫ ਯੋਰ ਇਨਕਮ ਤੇ ਉਹਨਾਂ ਨੇ ਤੁਹਾਨੂੰ ਇਹ ਨਹੀਂ ਹੈਗਾ ਵੀ ਜੇ ਤੁਹਾਡੀ ਇਨਕਮ ਫਰਲੋ ਡ੍ਰੌਪ 80% ਤੇ ਡ੍ਰੌਪ ਹੋਈ ਹੈ 20% ਤੁਹਾਡਾ ਘੱਟ ਹੈਗਾ ਉਹ ਤੁਹਾਡੀ 100% ਤੇ ਹੀ ਤੁਹਾਡੀ ਇਨਕਮ ਥ੍ਰੈਸ਼ਹੋਲਡ ਜਿਹੜਾ ਹੈਗਾ ਤੁਹਾਨੂੰ ਉਹ ਕੈਲਕੂਲੇਟ ਕਰਨਗੇ। ਜੇ ਤੁਸੀਂ ਫਰਲੋ ਤੇ ਵੀ ਹੈਗੇ ਹੋ ਨਾਟ ਟੂ ਵਰੀ ਉਹਨਾਂ ਨੇ 80% ਨਹੀਂ 100% ਦੇ ਹਿਸਾਬ ਨਾਲ ਤੁਹਾਡੀ ਇਨਕਮ ਕੈਲਕੂਲੇਟ ਕਰਨੀ ਹੈਗੀ ਆ। ਭਾਜੀ ਬਹੁਤ ਅੱਛੀ ਨਿਊਜ਼ ਹੈ ਸਾਰਿਆਂ ਲਈ। ਆਈ ਹੋਪ ਤੁਸੀਂ ਸਾਰੇ ਸਮਝ ਗਏ ਹੋਵੋਗੇ। ਅਗਰ ਨਹੀਂ ਜੋ ਇਸ ਕੈਟੇਗਰੀ 'ਚ ਕੋਈ ਬੰਦੇ ਫਾਲ ਹੁੰਦੇ ਨੇ ਪਲੀਜ਼ ਤੁਸੀਂ ਕਾਲ ਕਰਕੇ ਵਕੀਲ ਸਾਹਿਬ ਨਾਲ 1 to 1 ਗੱਲ ਕਰ ਸਕਦੇ ਹੋ ਆਫ ਦਾ ਲਾਈਨ ਆਫ ਦੀ 에ਅਰ 0121551001। ਅਗਰ ਤੁਸੀਂ ਸ਼ਾਦੀ ਕੀਤੀ ਜਾਂ ਕਰਾਉਣਾ ਚਾਹੁੰਦੇ ਹੋ ਪਲੀਜ਼ ਵਕੀਲ ਸਾਹਿਬ ਨਾਲ ਤੁਸੀਂ ਲਿੰਕ ਕਰਕੇ ਆਪਣਾ ਸਲਾਹ ਵਗੈਰਾ ਕਰ ਸਕਦੇ ਹੋ। ਕਾਲ ਕਰੋ ਲਾਈਨਾਂ ਬਿਜ਼ੀ ਹੋਣਗੀਆਂ ਤੁਹਾਡਾ ਨੰਬਰ ਵਕੀਲ ਸਾਹਿਬ ਨੂੰ ਦਿੱਤਾ ਜਾਏਗਾ। ਇਕਬਾਲ ਜੀ ਹੋਰ ਮੈਂ ਇਹਦੇ ਨਾਲ ਹੀ ਸਵਾਲ ਪੁੱਛਣਾ ਚਾਹੁੰਦਾ ਹਾਂ। ਮੈਂ ਟੋਟਲੀ ਅੰਡਰਸਟੈਂਡ ਕੀਤਾ ਬਿਕੋਜ਼ ਲੋਕਾਂ ਨੂੰ ਸਮਝਾਉਣਾ ਪੈਂਦਾ ਆਪਣੀ ਸੰਗਤ ਨੂੰ। ਮਾਰਚ ਤੱਕ ਗਵਰਨਮੈਂਟ ਨੂੰ ਉਹਦਾ ਫਿਕਰ ਨਹੀਂ ਹੈਗਾ ਉਸ ਤੋਂ ਬਾਅਦ ਕਿਉਂਕਿ ਲੋ ਹੋ ਜਾਏਗੀ ਲੋਕਡਾਊਨ ਕਰਕੇ ਨੌਕਰੀਆਂ ਨਹੀਂ ਹੈ ਇਨਕਮ ਨਹੀਂ ਹੈਗੀ ਪਰ ਇਹਦੇ 'ਚ ਕੀ ਗਰੰਟੀ ਹੈਗੀ ਹੈ ਕਿ ਜਦੋਂ ਤੁਸੀਂ ਲੋਕਡਾਊਨ ਖੁੱਲੇਗਾ ਜਿੱਦਾਂ ਹੁਣ ਅੱਜ ਥੋੜੇ ਬਹੁਤਾ ਖੁੱਲਿਆ ਕਿ ਉਹਨਾਂ ਪਾਸ ਜੌਬ ਹੋਏਗਾ ਕਿ ਨਹੀਂ ਹੋਏਗਾ ਉਹਦਾ ਕੀ ਇਫੈਕਟ ਪਏਗਾ ਉਹਨਾਂ ਨੂੰ। ਉਹਨਾਂ ਨੇ ਸਿੰਪਲ ਕਿਹਾ ਹੈਗਾ ਵੀ ਅਪ ਟਿਲ ਮਾਰਚ ਟਿਲ ਜੁਲਾਈ ਜਿਹੜਾ ਹੈਗਾ ਉਹ ਵਰੀ ਕਰਨ ਦੀ ਉਹਨਾਂ ਨੇ ਕੈਲਕੂਲੇਟ ਨਹੀਂ ਕਰਨੀ ਹੈਗੀ। ਹੋਪਫੁਲੀ ਜੇ ਮਾਰਚ ਤੋਂ ਬਾਅਦ ਜੇ ਜੁਲਾਈ ਤੋਂ ਬਾਅਦ ਜੇ ਆਬਵੀਅਸਲੀ ਜੇ ਇਹ ਜਿਹੜੀਆਂ ਲੋਕਾਂ ਦੀਆਂ ਜੌਬਸ ਹੈਗੀਆਂ ਜੇ ਉਹ ਦੁਬਾਰਾ ਜਾਂਦੇ ਹੈਗੇ ਕੰਮ ਤੇ ਇਕਨੋਮੀ ਰੀਸਟਾਰਟ ਹੋ ਜਾਂਦੀ ਹੈਗੀ ਆ ਤੇ ਫਿਰ ਜੁਲਾਈ ਤੱਕ ਤੋਂ ਬਾਅਦ ਉਹ ਕਿੱਦਾਂ ਲੈਣਗੇ ਹਲੇ ਉਹਨਾਂ ਨੇ ਦੀ ਅਨਾਉਂਸਮੈਂਟ ਨਹੀਂ ਕੀਤੀ। ਉਹਨਾਂ ਨੇ ਸਿਰਫ ਇਹ ਕਿਹਾ ਵੀ ਮਾਰਚ ਤੋਂ ਲੈ ਕੇ ਜੁਲਾਈ ਤੱਕ ਦੀ ਇਨਕਮ ਤੁਹਾਨੂੰ ਦੇयर इज नो ਨੀਡ ਟੂ ਵਰੀ ਅਬਾਊਟ। ਇਦਾਂ ਹੀ ਉਹਨਾਂ ਨੇ ਜਿਹੜੇ ਸੈਲਫ ਇੰਪਲੋਇਡ ਵੀ ਜਿਹੜੇ ਲੋਕ ਹੈਗੇ ਆ ਜਿਹੜੇ ਕਿ ਬ੍ਰਿਟਿਸ਼ ਸਿਟੀਜ਼ਨਸ ਜਿਹੜੇ ਨੇ ਬ੍ਰਿਟਿਸ਼ ਨੈਸ਼ਨਲਸ ਜਿਹੜੇ ਸੈਲਫ ਇੰਪਲੋਇਡ ਵੀ ਕੰਮ ਕਰਦੇ ਹੈਗੇ ਫੋਰ ਐਗਜ਼ਾਮਪਲ ਕੋਈ ਸਾਡਾ ਭੈਣ ਭਰਾ ਕੋਈ ਬਿਲਡਰ ਹੋ ਸਕਦਾ ਜਾਂ ਕੋਈ ਅਕਾਊਂਟੈਂਟ ਹੋ ਸਕਦਾ ਜਾਂ ਕੋਈ ਹੋਰ ਸੈਲਫ ਇੰਪਲੋਇਮੈਂਟ ਬੇਸਿਸ ਉੱਤੇ ਵੀ ਜੇ ਤੁਸੀਂ ਕੰਮ ਕਰਦੇ ਪਏ ਹੈਗੇ ਹੋ ਤੁਹਾਡੀ ਇੰਪਲੋਇਮੈਂਟ ਨਹੀਂ ਹੈਗੀ ਅਪ ਟਿਲ ਮਾਰਚ ਫਰੋਮ ਮਾਰਚ ਅਪ ਟਿਲ ਜੁਲਾਈ 2020 ਤੇ ਉਹਨਾਂ ਨੇ ਕਹਿਤਾ ਹੈਗਾ ਵੀ ਮਾਰਚ ਤੋਂ ਲੈ ਕੇ ਜੁਲਾਈ ਤੱਕ ਉਹ ਡਿਸਰੀਗਾਰਡ ਕਰ ਦੇਣਗੇ ਜਿਹੜੀ ਤੁਹਾਡੀ ਇਨਕਮ ਥ੍ਰੈਸ਼ਹੋਲਡ। ਉਹ ਵੀ ਜਿਹੜਾ ਵੀ ਸੈਲਫ ਇੰਪਲੋਇਡ ਤੇ ਵੀ ਜੇ ਕੋਈ ਹੈਗਾ ਤੇ ਉਹਨੂੰ ਮਾਰਚ ਤੱਕ ਦੀ ਆਪਣੀ ਬੈਂਕ ਸਟੇਟਮੈਂਟਸ ਪੇ ਸਲਿਪ ਆਪਣੀ ਬੈਂਕ ਸਟੇਟਮੈਂਟਸ ਦਿਖਾਉਣ ਦੀ ਲੋੜ ਹੈਗੀ ਜਿਹੜੀ ਉਹਨਾਂ ਨੇ ਸੈਲਫ ਇੰਪਲੋਇਮੈਂਟ ਜਨਰੇਟ ਕੀਤੀ ਹੈਗੀ ਅਪ ਟਿਲ ਮਾਰਚ ਤੱਕ 2020 ਤੱਕ। ਜਿਹਨਾਂ ਨੂੰ ਐਪਲੀਕੇਸ਼ਨਾਂ ਪਾਈਆਂ ਹੋਈਆਂ ਜੁਲਾਈ ਤੋਂ ਪਹਿਲਾਂ ਉਹਨਾਂ ਨੂੰ ਆਨਸਰ ਤਾਂ ਆ ਸਕਦਾ ਨਾ ਮੇਬੀ ਉਹਨਾਂ ਨੂੰ ਜਵਾਬ ਮਿਲ ਸਕਦਾ ਮਨ ਵਿਦਿਆਦਾ। ਹਾਂਜੀ ਜੇ ਤੁਸੀਂ ਅਪਲਾਈ ਕੀਤਾ ਵੀ ਹੈਗਾ ਤੇ ਤੁਸੀਂ ਆਪਣੀ ਮਾਰਚ ਤੱਕ ਦੀ ਇਨਕਮ ਸ਼ੋਅ ਕਰਕੇ ਤੁਸੀਂ ਕਰ ਸਕਦੇ ਹੈਗੇ ਹੋ ਤੇ ਜੇ ਤੁਹਾਨੂੰ ਜਿਹੜਾ ਆਨਸਰ ਹੈਗਾ ਜੇ ਤੁਸੀਂ ਸਟੈਂਡਰਡ ਸਰਵਿਸ ਫਾਸਟ ਟਰੈਕ ਸਰਵਿਸ ਵੀ ਹੈਗੀ ਹੈ ਜਿਹੜੇ ਸਟ੍ਰੇਟ ਫਾਰਵਰਡ ਕੇਸ ਹੈਗੇ ਆ ਜੇ ਤੁਸੀਂ ਜਿਹੜਾ ਵੀ ਤੁਹਾਡਾ ਪਾਰਟਨਰ ਹੈਗਾ ਜੇ ਉਹਦੀ ਕੋਈ ਇਮੀਗ੍ਰੇਸ਼ਨ ਹਿਸਟਰੀ ਬੈਡ ਨਹੀਂ ਹੈਗੀ ਜੇ ਓਵਰਸਟੇ ਨਹੀਂ ਹੈਗਾ ਤੇ ਤੁਸੀਂ ਜਿਹੜੇ ਸੋਪਰਾ ਸਟੀਰਾ ਦੇ ਜਿਹੜੇ ਸੈਂਟਰ ਖੁੱਲੇ ਹੈਗੇ ਉਹਨਾਂ ਵਿੱਚ ਸੇਮ ਡੇ ਸਰਵਿਸ ਵੀ ਹੈਗੀ ਆ ਤੁਸੀਂ ਹੁਣੇ ਜਾ ਕੇ ਅਪਲਾਈ ਕਰ ਸਕਦੇ ਤੁਹਾਨੂੰ ਜਲਦੀ ਤੋਂ ਜਲਦੀ ਆਨਸਰ ਮਿਲ ਸਕਦਾ ਪਰ ਜੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਆਪਣਾ ਹੁਣ ਵੀ ਅਪਲਾਈ ਕਰ ਸਕਦੇ ਹੋ। ਬਹੁਤ ਅੱਛੇ ਇਕਬਾਲਦੀਪ ਜੀ ਹੁਣ ਥੋੜਾ ਜਿਹਾ ਨਾ ਇਮੀਗ੍ਰੇਸ਼ਨ ਦਾ ਵੀ ਕਾਈਂਡ ਆਫ ਕੁਐਸਚਨ ਹੈਗਾ ਉਹਦੇ ਤੋਂ ਥੋੜਾ ਬਾਹਰ ਵੀ ਹੈਗਾ ਬੜਾ ਅੱਛਾ ਕੁਐਸਚਨ ਹੈ ਬੜਾ ਅੱਛਾ ਲੱਗਿਆ ਕਿ ਲੋਕ ਹਰ ਤਰ੍ਹਾਂ ਦੇ ਸਵਾਲ ਪੁੱਛਦੇ ਕਾਲ ਚੈਨਲ ਨੂੰ ਕਾਲ ਕਰਕੇ
5 ਸਟੂਡੈਂਟ ਹੈਗੇ ਨੇ ਯੂਕੇ ਦੇ ਵਿੱਚ ਤੇ ਉਹ ਨਾ ਇੱਥੇ ਬਿਜ਼ਨਸ ਇਨਵੈਸਟ ਕਰਨਾ ਚਾਹੁੰਦੇ ਨੇ ਪੈਸਾ ਔਰ ਸੁਣਨ ਚ ਆਇਆ ਕਿ ਪਹਿਲਾਂ ਤਾਂ ਮੈਂ ਤੁਹਾਨੂੰ ਪੁੱਛਦਾ ਉਹਦੀ ਰਿਕੁਆਇਰਮੈਂਟ ਕੀ ਹੈਗੀ ਆ ਨੰਬਰ 2 ਗਵਰਨਮੈਂਟ ਦੀ ਕੁਝ ਰੈਗੂਲੇਸ਼ਨ ਹੁੰਦੀ ਹੈ ਕਿ ਮਿਨੀਮਮ ਇੰਨਾ ਪੈਸਾ ਉਹਨਾਂ ਨੂੰ ਸਪੈਂਡ ਕਰਨਾ ਚਾਹੀਦਾ ਬਿਜ਼ਨਸ ਰੇਜ਼ ਕਰਨ ਲਈ ਦੂਸਰਾ ਇੱਕ ਕੁਐਸਚਨ ਹੁੰਦਾ ਕਿ ਕਿਤੇ ਉਹਨਾਂ ਨੂੰ ਕਲੌਜ਼ ਹੁੰਦਾ ਕਿ ਤੁਹਾਨੂੰ 5 6 ਜਾਂ 10 ਸਟਾਫ ਰੱਖਣੇ ਪੈਂਦੇ ਨੇ ਇਹ ਸਾਰੇ ਕੁਐਸਚਨ ਨੇ ਤੇ ਪਹਿਲਾਂ ਦੱਸੋ 5 ਦੇ 5 ਇਕੱਠੇ ਹੋ ਕੇ ਇਹ ਬਿਜ਼ਨਸ ਖੋਲ ਸਕਦੇ ਔਰ ਕਿੰਨਾ ਪੈਸਾ ਪਾਣਾ ਪਏਗਾ ਉਹਨਾਂ ਨੂੰ ਜਿਹੜੇ ਸਟੂਡੈਂਟ ਦੀ ਤੁਸੀਂ ਗੱਲ ਕਰਦੇ ਹੈਗੇ ਹੋ ਜਿਹੜੇ ਇਹਨਾਂ ਮੇਰੀ ਸਭ ਤੋਂ ਪਹਿਲੇ ਉਹਨਾਂ ਨੂੰ ਐਡਵਾਈਸ ਇਹੀ ਹੈਗੀ ਵੀ ਆਪਣੀ ਜਿਹੜੀ ਸਟੱਡੀ ਜਿਹੜੀ ਹੈਗੀ ਆ ਉਹਦੇ ਵਿੱਚ ਆਪਣੀ ਸਟੱਡੀ ਨੂੰ ਫਰਸਟ੍ਰੇਟ ਨਾ ਕਰਨ ਕਿਸੇ ਵੀ ਤਰ੍ਹਾਂ ਜੇ ਆਪਣੀ ਡਿਗਰੀ ਪ੍ਰੋਗਰਾਮ ਦੇ ਵਿੱਚ ਜੇ ਆਏ ਹੈਗੇ ਆਪਣੀ ਡਿਗਰੀ ਪ੍ਰੋਗਰਾਮ ਕੰਪਲੀਟ ਕਰਨ ਡਿਗਰੀ ਪ੍ਰੋਗਰਾਮ ਕੰਪਲੀਟ ਕਰਨ ਤੋਂ ਬਾਅਦ ਕਾਫੀ ਚਾਂਸ ਹੈਗੇ ਫੋਰ ਐਗਜ਼ਾਮਪਲ ਸਟਾਰਟਅਪ ਵੀਜ਼ਾ ਹੈਗਾ ਸਟਾਰਟਅਪ ਵੀਜ਼ਾ ਦੇ ਵਿੱਚ ਜੇ ਤੁਹਾਨੂੰ ਕੋਈ ਵੀ ਤੁਹਾਨੂੰ ਦਿਖਾਉਣੀ ਨਹੀਂ ਪੈਂਦੀ ਹੈਗੀ ਜਿਹਦੀ ਜੇ ਤੁਸੀਂ ਸਟੂਡੈਂਟ ਕੈਟਾਗਰੀ ਤੇ ਹੈਗੇ ਹੋ ਤੁਹਾਡੇ ਸਟਾਰਟਅਪ ਵੀਜ਼ਾ ਦੇ ਵਿੱਚ ਤੁਸੀਂ ਉਹਨਾਂ ਨੂੰ ਇਹ ਦਿਖਾ ਸਕਦੇ ਹੈਗੇ ਹੋ ਵੀ ਤੁਹਾਡੇ ਕੋਲ ਨਿਊ ਬਿਜ਼ਨਸ ਪਲਾਨ ਹੈਗਾ ਬੜਾ ਆਈਡੀਅਲ ਬਿਜ਼ਨਸ ਪਲਾਨ ਜਿਹੜਾ ਹੈਗਾ ਤੁਸੀਂ ਉਹ ਬਿਜ਼ਨਸ ਪਲਾਨ ਜਿਹੜਾ ਹੈਗਾ ਆਪਣੀ ਯੂਕੇ ਦੇ ਵਿੱਚ ਇੰਪਲੀਮੈਂਟ ਕਰਨਾ ਚਾਹੁੰਦੇ ਇਨ ਟਰਮਸ ਆਫ ਦ ਬਿਜ਼ਨਸ ਠੀਕ ਹੈ ਤੇ ਤੁਹਾਨੂੰ ਉਹਦੇ ਵਿੱਚ ਕੋਈ ਵੀ ਇਨਵੈਸਟਮੈਂਟ ਦਿਖਾਉਣ ਦੀ ਲੋੜ ਨਹੀਂ ਹੈਗੀ ਤੁਸੀਂ ਬਿਜ਼ਨਸ ਪਲਾਨ ਤੁਹਾਡਾ ਚੰਗਾ ਹੋਣਾ ਚਾਹੀਦਾ ਤੇ ਤੁਸੀਂ ਉਹਨਾਂ ਨੂੰ ਅਪਲਾਈ ਕਰ ਸਕਦੇ ਹੈਗੇ ਹੋ ਤੇ ਬੈਸਟ ਆਪਸ਼ਨ ਤੇ ਇਹੀ ਹੈਗੀ ਉਹ 2 ਸਾਲ ਦਾ ਤੁਹਾਨੂੰ ਦਿੰਦੇ ਹੈਗੇ ਆ ਬਿਜ਼ਨਸ ਵੀਜ਼ਾ ਜਿਹਨੂੰ ਅਸੀਂ ਜਿੱਦਾਂ ਸਟਾਰਟਅਪ ਵੀਜ਼ਾ ਜਿੱਦਾਂ ਪਹਿਲੇ ਅਸੀਂ ਉਹਨੂੰ ਗ੍ਰੈਜੂਏਟ ਐਂਟਰਪ੍ਰੀਨਿਓਰ ਕਹਿੰਦੇ ਹੁੰਦੇ ਸੀਗੇ ਉਹਨਾਂ ਨੇ ਉਹ ਚੇਂਜ ਕਰਕੇ ਸਟਾਰਟਅਪ ਵੀਜ਼ਾ ਕਰ ਦਿੱਤਾ ਹੈਗਾ ਸਟੂਡੈਂਟ ਵਾਸਤੇ ਸਭ ਤੋਂ ਬੈਸਟ ਆਪਸ਼ਨ ਇਹ ਹੈਗੀ ਹੈ ਜੇ ਤੁਸੀਂ ਉਹਨਾਂ ਨੂੰ ਇਹ ਦਿਖਾ ਸਕਦੇ ਹੋ ਤੁਸੀਂ ਡਿਗਰੀ ਕੰਪਲੀਟ ਕਰ ਲਈ ਹੈ ਤੁਹਾਡੇ ਕੋਲ ਬਿਜ਼ਨਸ ਪਲਾਨ ਬੜਾ ਆਈਡੀਅਲ ਹੈਗਾ ਬੜਾ ਯੂਨੀਕ ਬਿਜ਼ਨਸ ਪਲਾਨ ਆ ਜਿਹਦੇ ਵਿੱਚ ਯੂਕੇ ਦੀ ਇਕਨੋਮੀ ਨੂੰ ਫਾਇਦਾ ਹੋ ਸਕਦਾ ਆ ਓਕੇ ਤੇ ਤੁਸੀਂ ਉਹਨਾਂ ਨੂੰ ਸਟਾਰਟਅਪ ਵਾਸਤੇ ਤੁਸੀਂ ਇੱਥੋਂ ਦੀ ਇਨ ਕੰਟਰੀ ਵੀ ਐਪਲੀਕੇਸ਼ਨ ਦੇ ਸਕਦੇ ਹੈਗੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਉਹਦੀ ਕੰਡੀਸ਼ਨ ਇੱਕ ਇਹ ਹੈਗੀ ਵੀ ਜਿਹੜਾ ਤੁਹਾਡਾ ਬਿਜ਼ਨਸ ਪਲਾਨ ਹੈਗਾ ਉਹ ਤੁਹਾਡੀ ਜਿਹੜੀ ਯੂਨੀਵਰਸਿਟੀ ਹੈਗੀ ਆ ਤੇ ਜਿਹੜੇ ਕਈ ਹੋਰ ਉਹਨਾਂ ਨੇ ਇਨੋਵੇਟਿਵ ਆਰਗੇਨਾਈਜੇਸ਼ਨਸ ਜਿਹੜੀਆਂ ਬਣਾਈਆਂ ਹੋਈਆਂ ਜਿਹੜੀਆਂ ਆਰਗੇਨਾਈਜੇਸ਼ਨਸ ਬਣਾਈਆਂ ਉਹਨਾਂ ਕੋਲ ਤੁਹਾਡਾ ਬਿਜ਼ਨਸ ਪਲਾਨ ਅਪਰੂਵ ਹੋਣਾ ਚਾਹੀਦਾ ਪਰ ਜੇ ਤੁਸੀਂ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਹੈਗੇ ਸਾਰੀਆਂ ਯੂਨੀਵਰਸਿਟੀ ਦੇ ਕੋਲ ਪਾਵਰ ਹੈਗੀ ਆ ਉਹ ਤੁਹਾਡੇ ਬਿਜ਼ਨਸ ਪਲਾਨ ਨੂੰ ਦੇਖ ਕੇ ਤੁਹਾਨੂੰ ਅਪਰੂਵ ਕਰ ਸਕਦੇ ਹੈਗੇ ਆ ਤੇ ਉਹਨਾਂ ਦੀ ਅਪਰੂਵਲ ਦੇ ਨਾਲ ਤੁਸੀਂ ਉਹਨੂੰ ਹੋਮ ਆਫਿਸ ਨੂੰ ਤੁਸੀਂ ਅਪਲਾਈ ਕਰ ਸਕਦੇ ਹੈਗੇ ਹੋ ਸਟਾਰਟਅਪ ਵੀਜ਼ੇ ਵਾਸਤੇ ਉਹ ਇੱਕ ਤੁਹਾਡਾ ਬਿਜ਼ਨਸ ਵੀਜ਼ਾ ਆ ਜਿਹਦੇ ਵਿੱਚ ਤੁਸੀਂ ਆਪਣਾ ਬਿਜ਼ਨਸ ਰਨ ਕਰ ਸਕਦੇ ਹੋ ਮਿਨੀਮਮ ਰਿਕੁਆਇਰਮੈਂਟ ਹੈਗੀ ਪੈਸੇ ਦੀ ਕਿ ਕਿੰਨਾ ਉਹਨਾਂ ਨੇ ਇਨਵੈਸਟ ਕਰ ਸਕਦੇ ਨੇ ਜਿਹੜਾ ਸਟਾਰਟਅਪ ਪਲਾਨ ਹੈਗਾ ਉਹਦੇ ਵਿੱਚ ਤੁਹਾਨੂੰ ਸਿਰਫ ਤੁਸੀਂ ਆਪਣਾ ਬਿਜ਼ਨਸ ਪਲਾਨ ਦਿਖਾਉਣਾ ਹੈਗਾ ਤੇ ਤੁਹਾਨੂੰ ਉਹ ਸਫੀਸ਼ੀਐਂਟ ਬਟ ਇਹ ਹੈ ਵੀ ਤੁਹਾਡਾ ਜਿਹੜਾ ਬਿਜ਼ਨਸ ਪਲਾਨ ਹੈਗਾ ਉਹ ਤੁਹਾਡੀ ਯੂਨੀਵਰਸਿਟੀ ਅਪਰੂਵ ਜ਼ਰੂਰ ਕਰੇ ਇਨਵੈਸਟਮੈਂਟ ਨਹੀਂ ਦਿਖਾਉਣ ਦੀ ਲੋੜ ਹੈਗੀ ਹੈ ਹਾਂਜੀ ਇਨਵੈਸਟਮੈਂਟ ਜੇ ਤੁਸੀਂ ਕਰਨੀ ਹੈਗੀ ਉਹ ਫਿਰ ਇਨਵੈਸਟਮੈਂਟ ਕੈਟਾਗਰੀ ਹੋਰ ਹੈਗੀ ਆ ਉਹਦੇ ਵਿੱਚ ਤੁਸੀਂ ਜਿਹੜੀ ਇਨਵੈਸਟਮੈਂਟ ਕੈਟਾਗਰੀ ਜਿਹੜੀ ਹੈਗੀ ਆ ਉਹਦੇ ਵਿੱਚ ਤੁਸੀਂ ਤਿੰਨ ਸਲੈਬਸ ਹੈਗੀਆਂ ਉਹਨਾਂ ਦੀਆਂ ਜੇ ਤੁਸੀਂ 2 ਮਿਲੀਅਨ 3 ਮਿਲੀਅਨ ਤੇ 5 ਮਿਲੀਅਨ ਦੀ ਅੱਛਾ ਹਾਂਜੀ ਇਹਦੇ ਵਿੱਚ ਤੁਸੀਂ ਜਿਹੜੀਆਂ ਉਹ ਹੈਗੀਆਂ ਉਹ ਤੁਸੀਂ 2 ਮਿਲੀਅਨ ਦੀ ਉਹਨਾਂ ਨੂੰ ਦਿਖਾਣੀ ਹੈਗੀ ਤੇ ਉਹਦੇ ਵਾਸਤੇ 2 ਮਿਲੀਅਨ ਇਨਵੈਸਟਮੈਂਟ ਚਾਹੀਦੀ 2 ਮਿਲੀਅਨ ਦਿਖਾਉਣਾ ਪੈਣਾ ਉਹਨਾਂ ਨੂੰ ਕਿ ਤੁਹਾਡੇ ਅਕਾਊਂਟ ਦੇ ਕੋਲ ਡਿਸਪੋਜ਼ੇਬਲ ਇਨਕਮ ਪਈ ਹੈਗੀ ਤੁਹਾਨੂੰ ਉਹਨੂੰ ਤੁਸੀਂ ਟੀਅਰ 1 ਇਨਵੈਸਟਰ ਕੈਟਾਗਰੀ ਦੇ ਵਿੱਚ ਆ ਜਾਂਦੇ ਹੋ ਜੀ ਸਵਾਲ ਕਾਫੀ ਹੈਗੇ ਨੇ ਟਾਈਮ ਬੜਾ ਥੋੜਾ ਜਾਂਦਾ ਬੜੀ ਫਾਸਟ ਜਾਂਦਾ ਜਿਹੜੇ ਸਟੂਡੈਂਟ ਨੇ ਮੈਨੂੰ ਸਵਾਲ ਪੁੱਛਿਆ ਸੀ ਮੈਂ ਤੁਹਾਡੇ ਲਈ ਪੁੱਛ ਚੁੱਕਿਆ ਉਹਨਾਂ ਨੂੰ ਤੁਸੀਂ ਸੁਣਿਆ ਥੋੜਾ ਬਹੁਤਾ ਮੈਂ ਹਮੇਸ਼ਾ ਹਰ ਪ੍ਰੋਗਰਾਮ 'ਚ ਕਰਨਾ ਕਿ ਜਦੋਂ ਇਕਬਾਲਦੀਪ ਜੀ ਜਵਾਬ ਦਿੰਦੇ ਨੇ ਬੜੇ ਬੇਸਿਕ ਜਵਾਬ ਹੁੰਦੇ ਨੇ ਬੜੇ ਓਪਨਲੀ ਨਹੀਂ ਦੇ ਸਕਦੇ ਬਿਕੋਜ਼ ਇਹ ਥੋੜੇ ਸਰਕਮਸਟੈਂਸਿਸ ਦੇ ਉੱਪਰ ਬੜਾ ਡਿਪੈਂਡ ਕਰਦਾ ਹੈ ਤੇ ਇਨਵੈਸਟਮੈਂਟ ਕਿੱਦਾਂ ਦੀ ਤੁਸੀਂ ਜਾਣਾ ਚਾਹੁੰਦੇ ਜਦੋਂ ਉਹਨਾਂ ਨੇ ਦੱਸਿਆ ਕਿ 1 ਮਿਲੀਅਨ 2 ਮਿਲੀਅਨ 3 ਮਿਲੀਅਨ ਕੀ ਤੁਹਾਡੀ ਰੇਂਜ ਹੈਗੀ ਹੈ ਮੈਂ ਸੁਜੈਸਟ ਕਰਾਂਗਾ ਤੁਸੀਂ ਸਾਡੇ ਆਫਿਸ ਨੂੰ ਕਾਲ ਕਰੋ ਮੈਂ ਨੰਬਰ ਫਿਰ ਰਿਪੀਟ ਕਰ ਦਿੰਦਾ 0121551001 ਕਾਲ ਕਰੋ ਤੁਹਾਡਾ ਨੰਬਰ ਅਸੀਂ ਇਕਬਾਲਦੀਪ ਜੀ ਨੂੰ ਦੇਵਾਂਗੇ ਤੇ ਪਲੀਜ਼ ਹੈਵ ਅ ਕੰਸਲਟੇਸ਼ਨ ਵਿਦ ਹਿਮ 1 to 1 ਤੇ ਜੋ ਵੀ ਸਵਾਲ ਜਵਾਬ ਤੁਸੀਂ ਕਰ ਸਕਦੇ ਹੋ ਇਕਬਾਲਦੀਪ ਜੀ ਹੁਣ ਥੋੜੇ ਸਵਾਲਾਂ ਵੱਲ ਜਾਂਦੇ ਆ ਜੀ ਇਹ ਵੀ ਜਿਹੜੇ ਬੰਦੇ ਲਾਈਨ ਤੇ ਨਹੀਂ ਆਉਂਦੇ ਉਹ ਕਹਿੰਦੇ ਕਿ ਤੁਸੀਂ ਸਾਡੇ ਲਈ ਪੁੱਛੋ ਇੱਕ ਬੰਦੇ ਦਾ ਨਾ 10 ਸਾਲ ਦਾ ਸਪਾਊਸ ਵੀਜ਼ਾ ਤੇ ਰਿਨਿਊ ਕੀਤਾ ਉਹਨੇ BRP ਕਾਰਡ ਯੂਜ਼ਿੰਗ ਦੀ ਫ੍ਰੀ ਵੇਵਰ ਬੈਕ ਇਨ ਮਾਰਚ ਦੇ ਵਿੱਚ ਉਹਨਾਂ ਨੇ ਅਪਲਾਈ ਕੀਤਾ ਸੀ ਉਹਦਾ ਤੇ ਉਹਨਾਂ ਨੇ ਜਿਹੜੇ ਸਾਰੇ ਡਾਕੂਮੈਂਟ ਹੋਮ ਆਫਿਸ ਨੂੰ ਭੇਜ ਦਿੱਤੇ ਨੇ ਹਾਲੇ ਤੱਕ ਕੋਈ ਜਵਾਬ ਨਹੀਂ ਆਇਆ ਉਹ ਇਹੀ ਅਸੀਂ ਜਵਾਬ ਦੀ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਚੁੱਕਾ ਸੀਗਾ ਕਿ ਲੋਕਾਂ ਨੇ ਐਪਲੀਕੇਸ਼ਨ ਪਾਈ ਜਵਾਬ ਨਹੀਂ ਆਇਆ ਉਹਨਾਂ ਨੂੰ ਹੁਣ ਆਪਣੇ ਵਕੀਲ ਦੇ ਥਰੂ ਜਾਣਾ ਚਾਹੀਦਾ ਕਿ ਸਿੱਧਾ ਵੇਟ ਕਰਨ ਕੀ ਤੁਸੀਂ ਕਹਿੰਦੇ ਹੋ ਜੇ ਤੁਸੀਂ ਫੀ ਵੇਵਰ ਵਾਸਤੇ ਐਪਲੀਕੇਸ਼ਨ ਕੀਤੀ ਹੈਗੀ ਹੈ ਫੀ ਵੇਵਰ ਦੇ ਵਿੱਚ ਥੋੜਾ ਟਾਈਮ ਲੱਗ ਰਿਹਾ ਅੱਜ ਕੱਲ ਕਿਉਂਕਿ ਕਾਫੀ ਲੋਕ ਇਸ ਵੇਲੇ ਫੀ ਵੇਵਰਸ ਪਾ ਰਹੇ ਹੈਗੇ ਨੇ ਕਿਉਂਕਿ ਲੋਕਾਂ ਕੋਲ ਫਾਈਨੈਂਸ਼ੀਅਲ ਮੀਨਸ ਨਹੀਂ ਹੈਗੇ ਇੰਨੇ ਪੈਸੇ ਪੇ ਕਰਨ ਦੇ ਮੇਬੀ ਉਹਨਾਂ ਕੋਲ ਇਹ ਹੋ ਸਕਦਾ ਵੀ ਉਹਨਾਂ ਦੀ ਜਿਹੜੀ ਹੈ ਜਿਹੜਾ ਬੈਕਲੌਗ ਹੈਗਾ ਉਹ ਕਾਫੀ ਡਿਵੈਲਪ ਹੋਇਆ ਹੋ ਸਕਦਾ ਕਿ ਜ਼ਿਆਦਾ ਐਪਲੀਕੇਸ਼ਨ ਹੋਣ ਕਰਕੇ
ਤੇ ਜੇ ਤੁਸੀਂ ਮਾਰਚ ਦੇ ਵਿੱਚ ਐਪਲੀਕੇਸ਼ਨ ਪਾਈ ਹੈਗੀ ਹੈ, ਮਾਰਚ ਤੋਂ ਬਾਅਦ ਉਦਾਂ ਵੀ ਲੋਕਡਾਊਨ ਸ਼ੁਰੂ ਹੋ ਗਿਆ ਸੀਗਾ, ਕੰਮ ਕਾਫੀ ਸਲੋ ਹੋ ਗਿਆ ਸੀਗਾ। ਤੇ ਜੇ ਤੁਹਾਨੂੰ ਮੇਰੀ ਸਲਾਹ ਇਹ ਹੈਗੀ ਹੈ ਵੀ ਤੁਸੀਂ ਹਾਂ ਹੁਣ ਮਾਰਚ ਤੋਂ ਲੈ ਕੇ ਹੁਣ ਤੱਕ ਦਾ ਨੀਅਰਲੀ 3 ਮਹੀਨੇ ਤੁਹਾਡੇ ਹੋ ਗਏ ਹੈਗੇ ਆ, ਤੁਸੀਂ ਹੁਣ ਉਹਨਾਂ ਨੂੰ ਇੱਕ ਰਿਮਾਈਂਡਰ ਜ਼ਰੂਰ ਪਾ ਸਕਦੇ ਹੈਗੇ ਹੋ, ਉਹਨਾਂ ਨੂੰ ਆਪਣੇ ਵਕੀਲ ਦੇ ਥਰੂ ਜਾਂ ਤੁਸੀਂ ਆਪ ਵੀ ਪਾ ਸਕਦੇ ਹੈਗੇ ਹੋ। ਤੇ ਇਨ ਟਰਮਸ ਆਫ ਜਿਹੜੀ ਇਹਨਾਂ ਨੇ ਕਿਹਾ ਹੈਗਾ ਵੀ ਕੋਈ ਅਪਡੇਟ ਨਹੀਂ ਹੈਗੀ, ਜਦੋਂ ਤੁਸੀਂ ਆਨਲਾਈਨ ਅਪਲਾਈ ਕਰਦੇ ਹੈਗੇ ਤੁਹਾਨੂੰ ਇੱਕ ਚੈੱਕਲਿਸਟ ਦਿੱਤੀ ਜਾਂਦੀ ਹੈ, ਆਟੋਮੈਟਿਕਲੀ ਜਨਰੇਟ ਹੋ ਜਾਂਦੀ ਹੈ, ਜਿਹੜੀ ਆਟੋਮੈਟਿਕਲੀ ਜਨਰੇਟ ਹੁੰਦੀ ਹੈਗੀ ਆ, ਤੁਸੀਂ ਉਹਨੂੰ ਆਪਣਾ ਐਜ਼ ਅ ਐਪਲੀਕੇਸ਼ਨ ਦੀ ਇੱਕ ਤਰ੍ਹਾਂ ਉਹ ਐਕਨੋਲਜਮੈਂਟ ਹੀ ਹੈਗੀ ਆ ਤੁਹਾਡੀ ਆਨਲਾਈਨ। ਤੁਹਾਨੂੰ ਉਹ ਜਿਹੜੀ ਇਸ਼ੂ ਹੁੰਦੀ ਉਹਦੇ ਵਿੱਚ ਤੁਹਾਡੀ ਡਾਕੂਮੈਂਟ ਲਿਸਟ ਹੁੰਦੀ ਜਿਹੜੇ ਕਿ ਤੁਸੀਂ ਉਹ ਤੁਹਾਨੂੰ ਸੈਟ ਆਊਟ ਕੀਤਾ ਹੁੰਦਾ ਉਹਨਾਂ ਨੇ ਵੀ ਕਿਹੜੇ ਕਿਹੜੇ ਤੁਹਾਨੂੰ ਡਾਕੂਮੈਂਟ ਤੁਸੀਂ ਪ੍ਰੋਵਾਈਡ ਕਰਨੇ ਹੈਗੇ ਹੋਮ ਆਫਿਸ ਨੂੰ, ਉਹ ਤੁਹਾਡੀ ਇਨ ਇਟਸੈਲਫ ਤੁਹਾਡਾ ਕੋਈ ਪ੍ਰੂਫ ਹੈਗਾ ਤੁਹਾਡੀ ਐਪਲੀਕੇਸ਼ਨ ਅਪਲਾਈ ਹੋ ਚੁੱਕੀ ਆ। ਤੇ ਤੁਹਾਨੂੰ ਹਾਂਜੀ ਸੌਰੀ ਮੈਂ ਥੋੜਾ ਰਸ਼ ਨਹੀਂ ਕਰਦਾ, ਪਰ ਥੋੜੇ ਸਵਾਲ ਜੇ ਮੈਂ ਚਾਹੁੰਦਾ ਕੰਪਲੀਟ ਹੋ ਜਾਣ। ਕਾਫੀ ਲੋਕਾਂ ਨੇ ਸਵਾਲ ਪੁੱਛੇ ਸੀਗੇ, ਥੋੜਾ ਲੰਮਾ ਸਵਾਲ ਹੈ, ਥੋੜੀ ਮੈਂ ਕੋਸ਼ਿਸ਼ ਕਰਦਾ ਆਸਤੇ ਬੋਲਾਂਗਾ ਤਾਂ ਕਿ ਤੁਸੀਂ ਸਮਝ ਪਾਓ। ਇੱਕ ਬੰਦਾ ਸਟੂਡੈਂਟ ਵਿਜ਼ਿਟ ਆਇਆ ਸੀ 2013 ਵਿੱਚ, ਉਹਨੇ ਆਈਲੈਟ ਦਾ ਕੋਰਸ ਕੀਤਾ ਇਕੁਇਵਲੈਂਟ ਟੂ B1, ਇਟ ਵਾਜ਼ਨਟ B1 ਲੇਕਿਨ ਇਕੁਇਵਲੈਂਟ ਟੂ B1 ਸੀਗਾ। ਉਹਨੇ ਕੀਤਾ B2 ਦਾ ਕੁਆਲੀਫਾਈ ਕੀਤਾ ਫॉर ਟੀਅਰ 4 ਕੰਟੀਨਿਊਸ ਸਪਾਂਸਰਸ਼ਿਪ ਦਾ। ਠੀਕ ਹੈ, ਜਿਹੜੀ ਵੀਜ਼ਾ ਕੈਟਾਗਰੀ ਹੈਗੀ ਨਾ ਉਹ ਚੇਂਜ ਹੋ ਗਈ ਬਿਕੋਜ਼ ਹੀ ਗੋ ਮੈਰਿਡ ਵਿਦ EU ਸਿਟੀਜ਼ਨ, ਤੇ ਉਹਨਾਂ ਨੇ ਹੁਣ ਵਾਂਟ ਟੂ ਅਪਲਾਈ, ਉਹਨੇ ਖੁਦ ਦੀ ਸਿਟੀਜ਼ਨਸ਼ਿਪ ਅਪਲਾਈ ਕਰਨੀ ਹੈ। ਉਹ ਕਹਿੰਦੇ ਕਿ ਮੈਂ ਜਿਹੜੀ ਸੇਮ ਕੁਆਲੀਫਿਕੇਸ਼ਨ ਮੈਂ ਉਹ ਕੀਤੀ ਹੈ ਉਹੀ ਯੂਜ਼ ਕਰ ਸਕਦਾ ਕਿ ਮੈਨੂੰ B1 ਟੈਸਟ ਫੇਰ ਦੇਣਾ ਪਏਗਾ। ਹਾਂਜੀ, ਜੇ ਇਹਨਾਂ ਨੇ ਟੈਸਟ 2013 ਚ ਕੀਤਾ ਸੀਗਾ, ਇਹ ਦੇਖਣਾ ਪੈਣਾ ਅਵਾਰਡਿੰਗ ਬੋਡੀ ਕੀ ਹੈਗੀ ਉਹਦੀ, ਕਿਉਂਕਿ ਲੇਟਲੀ ਉਹਨਾਂ ਨੇ ਕਾਫੀ ਅਵਾਰਡਿੰਗ ਬੋਡੀਜ਼ ਨੂੰ ਉਹਨਾਂ ਨੇ ਡਿਸਕੁਆਲੀਫਾਈ ਕਰ ਦਿੱਤਾ ਹੈਗਾ। ਸਿਰਫ ਜਿਹੜੀ IELTS ਹੈਗੀ ਜਿਹੜੀ ਤੁਹਾਡੀ ਟ੍ਰਿਨਿਟੀ ਜਿਹੜੀ ਹੈਗੀ ਆ ਉਹੀ ਹੈ, ਉਹਨਾਂ ਦੇ ਟੈਸਟ ਵਗੈਰਾ ਤੇ ਇੱਕ ਦੋ ਹੋਰ ਹੈਗੇ ਚੱਲਦੇ। ਅਦਰਵਾਈਜ਼ ਜੇ ਤੁਹਾਡਾ ਕੋਈ ਹੋਰ ਕਈ ਕੈਟਾਗਰੀਜ਼ ਨੂੰ ਉਹਨਾਂ ਨੇ ਰੂਲ ਆਊਟ ਕਰਤਾ ਸੀ ਵੀ ਤੁਸੀਂ ਉਹਨਾਂ ਨੂੰ ਕਰ ਨਹੀਂ ਸਕਦੇ। ਮੇਰੀ ਉਹਨਾਂ ਨੂੰ ਸਲਾਹ ਹੈ ਵੀ ਟੂ ਬੀ ਔਨ ਅ ਸੇਫ ਸਾਈਡ, ਕਿਉਂਕਿ 2013 ਤੋਂ ਲੈ ਕੇ ਹੁਣ ਤੱਕ ਬਹੁਤ ਚੇਂਜਸ ਆਈਆਂ ਹੈਗੀਆਂ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟਸ ਦੇ ਵਿੱਚ ਤੇ ਕਿਹੜੀਆਂ ਅਵਾਰਡਿੰਗ ਬੋਡੀਜ਼ ਹੈਗੀਆਂ। ਤੇ ਤੁਹਾਡੀ ਬੈਸਟ ਇਹੀ ਹੈ ਵੀ ਤੁਸੀਂ ਦੁਬਾਰਾ IELTS ਦਾ ਤੁਸੀਂ ਟੈਸਟ ਕਰਕੇ ਤੇ ਤੁਸੀਂ ਉਹਨਾਂ ਨੂੰ ਦੁਬਾਰਾ ਤੁਸੀਂ ਜਦੋਂ ਤੁਸੀਂ ਆਪਣੀ ਨੈਚੁਰਲਾਈਜੇਸ਼ਨ ਜਾਂ ਬ੍ਰਿਟਿਸ਼ ਸਿਟੀਜ਼ਨਸ਼ਿਪ ਵਾਸਤੇ ਅਪਲਾਈ ਕਰਨਾ ਹੈਗਾ ਉਹਨਾਂ ਨੂੰ ਨਵਾਂ ਟੈਸਟ ਕਰਕੇ ਦਿਓ। ਜਿਹੜੇ ਆਈਲੈਟ ਦੇ ਥਰੂ ਉਹਨਾਂ ਨੇ ਕੀਤਾ ਸੀ ਇਕੁਇਵਲੈਂਟ ਟੂ ਦ B1, ਉਹ ਕਾਊਂਟ ਨਹੀਂ ਹੋਏਗੀ। ਉਹ ਡਿਪੈਂਡ ਕਰੇਗਾ ਉਹਨਾਂ ਦੀ ਅਵਾਰਡਿੰਗ ਬੋਡੀ ਕੀ ਹੈਗੀ ਹੈ। ਕਈ ਅਵਾਰਡਿੰਗ ਬੋਡੀਜ਼ ਉਹਨਾਂ ਨੇ ਸਟਾਪ ਕਰਤੀਆਂ ਸੀ ਕਿ ਉਹ ਐਕਸੈਪਟੇਬਲ ਨਹੀਂ ਹੈਗੀਆਂ। ਅਗੇਨ ਮੈਂ ਫਿਰ ਕਹਾਂਗਾ ਬੜੇ ਬੇਸਿਕ ਸਵਾਲ ਜਵਾਬ ਹੁੰਦੇ ਨੇ, ਪਲੀਜ਼ ਕਾਲ ਕਰੋ ਸਾਡੇ ਆਫਿਸ ਨੂੰ 0121 551 1001। ਇਹ ਲਾਈਨਾਂ ਤੁਸੀਂ ਸ਼ੋਅ ਦੇ ਦਰਮਿਆਨ ਕਰ ਸਕਦੇ ਹੋ ਜਾਂ ਸ਼ੋਅ ਤੋਂ ਬਾਅਦ 9-10 ਵਜੇ ਤੱਕ ਰਾਤ ਨੂੰ ਪਲੀਜ਼ ਕਾਲ ਕਰਦੇ ਰਹੋ ਤੇ ਤੁਹਾਡੇ ਮੈਸੇजेस ਇਕਬਾਲਦੀਪ ਜੀ ਨੂੰ ਪਹੁੰਚਾਏ ਜਾਣਗੇ। ਇਕਬਾਲਦੀਪ ਜੀ ਨੈਕਸਟ ਮੇਰੇ ਪਾਸ ਸਵਾਲ ਹੈਗਾ, ਬੜਾ ਇਹ ਛੋਟਾ ਜਰਾ ਸਿੰਪਲ ਹੈਗਾ। What is the no time limit NTL, ਉਹ ਕੀ ਹੈਗਾ ਚੀਜ਼? ਜੀ ਹਾਂਜੀ ਕਦੀ ਆਪਾਂ ਇਸ ਸਵਾਲ ਬਾਰੇ ਕਦੀ ਗੱਲ ਨਹੀਂ ਕੀਤੀ, ਅੱਜ ਪਹਿਲੀ ਵਾਰੀ ਕਰਨ ਲੱਗੇ ਆ। ਇਟਸ ਅ ਗੁੱਡ ਕੁਐਸਚਨ। NTL ਦਾ ਮਤਲਬ ਹੈਗਾ ਨੋ ਟਾਈਮ ਲਿਮਿਟ। ਫॉर ਐਗਜ਼ਾਮਪਲ ਕੀ ਹੁੰਦਾ ਸੀਗਾ ਵੀ ਇਹ ਉਹਨਾਂ ਜਿਹੜੇ ਕੋਈ ਫਰਜ਼ ਕਰ ਲਓ ਜਿਹੜੇ ਆਪਣੇ ਕਮਿਊਨਿਟੀ ਦੇ ਬੰਦੇ ਜਾਂ ਪੂਰ ਕਿਤੋਂ ਵੀ ਬੰਦੇ ਬਹੁਤ ਪੁਰਾਣੇ ਆਏ ਹੋਏ ਆ, ਜਿਹੜੇ ਕੀ ਆ 30 ਸਾਲ ਹੋ ਗਏ 35 ਸਾਲ ਹੋ ਗਏ 40 years 50 years whatever time, ਉਹਨਾਂ ਦੇ ਪਾਸਪੋਰਟ ਦੇ ਵਿੱਚ ਉਹ ਜਿੱਦਾਂ ਸਟੈਂਪ ਕਰ ਦਿੰਦੇ ਹੁੰਦੇ ਸੀਗੇ ਪਾਸਪੋਰਟ ਦੇ ਵਿੱਚ ਹੀ, ਜਿਹੜੀ ਕੀ ਹੁੰਦੀ ਸੀ ਤੁਹਾਡੀ ILR ਦੀ ਪ੍ਰੂਫ ਹੁੰਦਾ ਸੀਗਾ। ਪਰ ਲੇਟਲੀ ਕੀ ਹੁੰਦਾ ਸੀਗਾ ਵਿੱਚ ਉਹਦੇ ਤੇ ਉਹਨਾਂ ਨੇ ਕਈ ਬੰਦਿਆਂ ਨੇ ਜਿਹੜੀਆਂ ਸਟੈਂਪਾਂ ਸੀਗੀਆਂ ਉਹ ਗਲਤ ਪਾਣੀਆਂ ਸ਼ੁਰੂ ਕਰਤੀਆਂ ਪਾਸਪੋਰਟ ਦੇ ਵਿੱਚ, ਏਦਾਂ ਫਰਾਡ ਜਿਹਾ ਸ਼ੁਰੂ ਹੋਇਆ ਸੀ। ਉਹਨਾਂ ਨੇ ਇਸ ਕਰਕੇ ਕਿਹਾ ਤਾਂ ਹੈਗਾ ਵੀ ਤੁਸੀਂ ਹਰ ਇੱਕ ਬੰਦੇ ਕੋਲ BRP ਕਾਰਡ ਹੋਣਾ ਚਾਹੀਦਾ ਨੋ ਟਾਈਮ ਲਿਮਿਟ ਦਾ। ਤੇ ਤੁਸੀਂ ਜਿਹੜੀ ਨੋ ਟਾਈਮ ਲਿਮਿਟ ਇੱਕ ਐਪਲੀਕੇਸ਼ਨ ਹੁੰਦੀ ਹੈ, ਤੁਸੀਂ ਸਿਰਫ ਉਹਨੂੰ ਆਨਲਾਈਨ ਜਾ ਕੇ ਤੁਸੀਂ ਕਰ ਸਕਦੇ ਹੈਗੇ। ਉਹਦੀ ਥੋੜੀ ਜਿਹੀ 250 ਕੇ 258 ਸਮਥਿੰਗ 300 ਦੇ ਆਸ-ਪਾਸ ਉਹਦੀ ਫੀਸ ਹੁੰਦੀ ਹੈ। ਉਹਦੇ ਵਿੱਚ ਫਾਸਟ ਟਰੈਕ ਸਰਵਿਸ ਵੀ ਹੈਗੀ ਆ। ਤੁਸੀਂ ਉਹਨਾਂ ਨੂੰ ਜਿਹੜਾ ਤੁਹਾਡਾ ਸਟੈਂਪ ਲੱਗੀ ਸੀਗੀ ਪਾਸਪੋਰਟ ਤੇ ਤੁਹਾਨੂੰ ਉਹ ਤੁਸੀਂ ਆਪਣੀ ਕਾਰਡ BRP ਕਾਰਡ ਦੇ ਵਿੱਚ ਉਹਨੂੰ ਤੁਸੀਂ ਕਨਵਰਟ ਕਰ ਸਕਦੇ ਹੋ। ਉਹਦੇ ਨਾਲ ਕੀ ਹੋਊਗਾ, ਤੁਹਾਨੂੰ ਸਾਰੇ ਪਾਸਪੋਰਟ ਕੈਰੀ ਕਰਨ ਦੀ ਲੋੜ ਨਹੀਂਗੀ। ਸਿਰਫ ਤੁਸੀਂ ਆਪਣਾ ਵੈਲਿਡ ਪਾਸਪੋਰਟ ਤੇ ਜਿਹੜੀ ਤੁਹਾਨੂੰ ਜਿਹੜਾ ਨਵਾਂ BRP ਕਾਰਡ ਹੋਣਾ ਤੁਸੀਂ ਨੋ ਟਾਈਮ ਲਿਮਿਟ ਦੀ ਐਪਲੀਕੇਸ਼ਨ ਕਰਕੇ ਲੈ ਸਕਦੇ। ਤੇ ਤੁਸੀਂ ਸਿਰਫ ਆਪਣੇ ਕਾਰਡ ਨਾਲ ਤੇ ਆਪਣੇ ਰੀਨਿਊਡ ਪਾਸਪੋਰਟ ਨਾਲ ਟਰੈਵਲ ਕਰ ਸਕਦੇ ਰਾਦਰ ਦੈਨ ਕਿ ਤੁਸੀਂ ਸਾਰੇ ਆਪਣੇ, ਕਿਉਂਕਿ ਜੇ ਤੁਹਾਨੂੰ 20-30 ਸਾਲ ਪਹਿਲੇ ਜੇ ਤੁਹਾਨੂੰ ਸਟੈਂਪ ਲੱਗੀ ਹੈਗੀ ਪਾਸਪੋਰਟ ਤੇ ਆਫ ਕੋਰਸ ਉਹਨਾਂ ਨੇ 2-3 ਹੁਣ ਤੱਕ ਤੇ ਪਾਸਪੋਰਟ ਵੀ ਰੀਨਿਊ ਹੋਏ ਹੋਣੇ, ਪਾਸਪੋਰਟ ਵੀ ਐਕਸਟਰਾ ਹੋ ਗਏ ਹੋਣੇ ਹੁਣ ਤੱਕ, ਕਿਉਂਕਿ 10-10 ਸਾਲ ਦੇ ਪਾਸਪੋਰਟ ਹੁੰਦੇ ਇੰਡੀਅਨ ਪਾਸਪੋਰਟ ਤੇ ਕੋਈ ਵੀ ਹੋਰ ਨੈਸ਼ਨੈਲਿਟੀ ਹੋਵੇ ਹਰ ਇੱਕ ਦੀ ਟਾਈਮ ਲਿਮਿਟ ਹੁੰਦੀ ਹੈ। ਤੇ ਤੁਹਾਨੂੰ ਸਾਰੇ ਪਾਸਪੋਰਟ ਲੈਣੇ ਪੈਂਦੇ ਹੈਗੇ ਆ, ਤੁਹਾਨੂੰ ਸਾਰੇ ਪਾਸਪੋਰਟ ਜਿਹੜੇ ਹੈਗੇ ਕੈਰੀ ਕਰਨੇ ਪੈਂਦੇ। ਤੁਸੀਂ ਇਹਨੂੰ ਚੰਗਾ ਥੋੜੀ ਫੀਸ ਪੇ ਕਰਕੇ ਆਪਣੀ ਨੋ ਟਾਈਮ ਲਿਮਿਟ ਦਾ BRP ਕਾਰਡ ਤੁਸੀਂ ਇਸ਼ੂ ਕਰਵਾ ਸਕਦੇ ਹੋ ਆਪਣੇ ਆਪ ਨੂੰ, ਜਿਹੜੀ ਕਿ ਤੁਹਾਡਾ ਪ੍ਰੂਫ ਹੋਊਗਾ ਇੰਡੈਫੀਨਿਟ ਟੂ ਰਿਮੇਨ, ਤੇ ਜਿਹੜਾ ਕਿ ਤੁਹਾਡਾ ਮੋਰ ਆਥੈਂਟਿਕ ਤੁਹਾਡਾ ਪ੍ਰੂਫ ਹੋਊਗਾ ਕਿ ਤੁਹਾਨੂੰ ਕੋਈ ਕੁਐਸਚਨ ਨਹੀਂ ਕਰਿਆ ਜਾ ਸਕਦਾ ਉਹਦੇ ਉੱਤੇ, ਤੇ ਤੁਸੀਂ ਉਹਦੇ ਤੇ ਟਰੈਵਲ ਕਰ ਸਕਦੇ ਹੈਗੇ। ਉਹ ਤੁਹਾਡੇ ਲਈ ਬੈਸਟ ਆਪਸ਼ਨ ਹੈ, ਤੁਸੀਂ ਨੋ ਟਾਈਮ ਲਿਮਿਟ ਲਈ ਅਪਲਾਈ ਕਰ ਸਕਦੇ।
बहुत अच्छे। मैं थोड़ा जा अपने व्यूअर्स ਨੂੰ ਕਹਿ ਦਵਾਂ, ਕਈ ਦਫਾ ਲੋਕ ਫੋਨ ਨਹੀਂ ਕਰਦੇ ਬਿਕੋਜ਼ ਤੁਹਾਨੂੰ ਅਸੀਂ ਨਾਮ ਪੁੱਛਦੇ ਹੁੰਦੇ ਆ, ਉਹ ਸਾਡਾ ਫਰਜ਼ ਬਣਦਾ। ਅਗਰ ਤੁਸੀਂ ਨਾਮ ਨਹੀਂ ਦੱਸਣਾ ਚਾਹੁੰਦੇ ਇਟਸ ਕੁਆਇਟ ਓਕੇ, ਮੈਨੂੰ ਜ਼ਰੂਰੀ ਨਹੀਂ ਕਿ ਤੁਹਾਨੂੰ ਨਾਮ ਦੱਸਣਾ ਪਏਗਾ ਕਿਉਂਕਿ ਸੈਂਸਿਟਿਵ ਸਬਜੈਕਟ ਹੁੰਦਾ ਕਿ ਬੰਦਾ ਆਪਣਾ ਨਾਮ ਦੇ ਕੇ ਸਵਾਲ ਜਵਾਬ ਨਹੀਂ ਕਰਨਾ ਚਾਹੁੰਦਾ। ਸੋ ਸਟਿਲ ਕਾਲ ਕਰੋ 0121 551 1001 ਦੇ ਉੱਪਰ, ਬਗੈਰ ਨਾਮ ਦੱਸੇ ਤੋਂ ਤੁਸੀਂ ਸਵਾਲ ਪੁੱਛ ਸਕਦੇ ਹੋ। ਇਕਬਾਲਦੀਪ ਜੀ, ਨੈਕਸਟ ਸਵਾਲ ਹੈਗਾ ਮੇਰੇ ਪਾਸ। ਉਹਨਾਂ ਨੇ यूके विजिट वीजा अप्लाई किया सी फ्रॉम VFS ਦੇ ਕੋਲੋਂ, ਉਹ ਰਿਜੈਕਟ ਹੋ ਗਿਆ ਉਹਨਾਂ ਦਾ। ਇਹ ਮੈਂ ਤੁਹਾਨੂੰ ਪਹਿਲਾਂ ਵੀ ਕਰ ਚੁੱਕਾ ਸੀ। ਉਹਨਾਂ ਨੇ ਨਾ ਕੋਈ ਰੀਜ਼ਨ ਨਹੀਂ ਦਿੱਤਾ ਜਦੋਂ ਉਹਨਾਂ ਨੇ ਰਿਜੈਕਸ਼ਨ ਕੀਤੀ ਹੈ। ਉਹ ਕਹਿੰਦਾ ਸੀ ਰੀਜ਼ਨ ਪਤਾ ਕਰ ਸਕਦੇ ਹਾਂ, ਉਹਦਾ ਹੋਮ ਆਫਿਸ ਤੁਹਾਨੂੰ ਦੱਸਦੀ ਹੈ ਕਿ ਕਿਉਂ ਰਿਜੈਕਟ ਕੀਤਾ। ਹਾਂਜੀ, ਇਟਸ ਅ ਲਿਟਲ ਸਟ੍ਰੇਂਜ ਵੀ ਉਹਨਾਂ ਨੇ ਕੋਈ ਰੀਜ਼ਨ ਨਹੀਂ ਦਿੱਤਾ, ਕਿਉਂਕਿ ਹਮੇਸ਼ਾ ਜਿਹੜੀ ਨੋਟਿਸ ਰੈਗੂਲੇਸ਼ਨ ਜਿਹੜੀ ਹੈਗੀ A3 ਇਮੀਗ੍ਰੇਸ਼ਨ ਦੇ ਵਿੱਚ ਪਾਰਟਿਕੂਲਰ ਰੈਗੂਲੇਸ਼ਨ ਬਣੀ ਹੈਗੀ ਜਿਹਦੇ ਅੰਡਰ ਹੋਮ ਆਫਿਸ ਦੀ ਆਬਲੀਗੇਸ਼ਨ ਹੈਗੀ ਹੈ ਉਹਨਾਂ ਨੂੰ ਬਾਈ ਲਾਅ ਰੀਜ਼ਨ ਉਹਨਾਂ ਨੂੰ ਅੰਡਰ ਦ ਰੈਗੂਲੇਸ਼ਨ ਦੇਣੇ ਹੀ ਪੈਣੇ ਆ। ਤੇ ਜੇ ਉਹਨਾਂ ਨੂੰ ਪਹਿਲੇ ਤਾਂ ਜਿਹੜਾ ਮੇਬੀ ਉਹਨਾਂ ਨੂੰ ਇਹ ਮੇਰੀ ਐਡਵਾਈਸ ਆ ਵੀ ਜਿਹੜਾ ਤੁਹਾਡਾ ਰਿਟਰਨ ਪੈਕ ਜਿਹੜਾ ਹੈਗਾ ਜਿਹਦੇ ਵਿੱਚ ਤੁਹਾਡਾ ਬਾਕੀ ਤੁਹਾਨੂੰ ਡਾਕੂਮੈਂਟ ਆਇਆ ਜਾਂ ਤੁਹਾਡਾ ਪਾਸਪੋਰਟ ਆਇਆ ਚੰਗੀ ਤਰ੍ਹਾਂ ਚੈੱਕ ਕਰੋ ਉਹਨੂੰ। ਮੇਬੀ ਕਦੀ ਉਹਨਾਂ ਨੇ ਜਿੱਦਾਂ ਫੋਲਡ ਕਰਕੇ ਪਾਇਆ ਹੋ ਸਕਦਾ ਜਾਂ ਪਾਸਪੋਰਟ ਦੇ ਪਿੱਛੇ ਜਾਂ ਕਿਤੇ ਬਾਕੀ ਡਾਕੂਮੈਂਟਸ ਦੇ ਵਿੱਚ, ਠੀਕ ਹੈ। ਤੁਸੀਂ ਜਿਹੜੇ ਡਾਕੂਮੈਂਟ ਉਹ ਹੈਗੇ ਆ ਤੁਸੀਂ ਚੈੱਕ ਕਰੋ ਪਹਿਲੇ ਆਪਣੀ ਜਿਹੜਾ ਤੁਹਾਨੂੰ ਰਿਟਰਨ ਪੈਕ ਆਇਆ। ਜੇ ਤੁਹਾਨੂੰ ਉਹਦੇ ਵਿੱਚ ਨਹੀਂ ਲੱਭਦਾ ਹੈਗਾ ਤੇ ਤੁਸੀਂ ਜਿਹੜੀ ਬ੍ਰਿਟਿਸ਼ ਐਮਬੈਸੀ ਜਿਹੜੀ ਹੈਗੀ ਜਿਹਦੇ ਵਿੱਚ ਤੁਸੀਂ ਅਪਲਾਈ ਕੀਤਾ ਸੀਗਾ ਤੁਸੀਂ ਉਹਨਾਂ ਨੂੰ ਇੱਕ ਪਾਰਟਿਕੂਲਰ ਜਿਹੜੀ ਵੀਜ਼ਾ ਕੁਐਰੀ ਦੀ ਸੈਂਟਰਲ ਈਮੇਲ ਹੁੰਦੀ ਆ ਤੁਸੀਂ ਉਹਨਾਂ ਨੂੰ ਈਮੇਲ ਕਰ ਸਕਦੇ ਹੈਗੇ। ਈਮੇਲ ਦੇ ਵਿੱਚ ਤੁਸੀਂ ਉਹਨਾਂ ਨੂੰ ਲਿਖ ਸਕਦੇ ਆ ਵੀ ਇੰਨੀ ਡੇਟ ਤੋਂ ਤੁਸੀਂ ਅਪਲਾਈ ਕੀਤਾ ਸੀਗਾ, ਆ ਤੁਹਾਡਾ ਡੇਟ ਆ ਤੁਹਾਡਾ ਡੇਟ ਆਫ ਬਰਥ ਤੁਹਾਡਾ ਤੁਹਾਡਾ ਨਾਮ ਹੈਗਾ ਤੇ ਤੁਹਾਡਾ ਪਾਸਪੋਰਟ ਨੰਬਰ ਜ਼ਰੂਰ ਦੇਣਾ। ਤੇ ਜਿਹੜਾ ਤੁਹਾਡਾ ਜੇ ਉਹਦੇ ਉੱਤੇ ਲਿਖਿਆ ਹੋਏਗਾ ਵੀ ਰੀਜ਼ਨ ਲਿਖਿਆ ਹੋਊਗਾ ਉਹਦੇ ਉੱਤੇ ਕਦੀ ਪਾਸਪੋਰਟ ਉੱਤੇ ਸਟੈਂਪ ਵੀ ਲੱਗਦੀ ਹੈ ਕਿ ਉਹਦੇ ਉੱਤੇ ਕੋਈ ਨੰਬਰ ਲਿਖ ਦਿੰਦੇ ਹੈਗੇ, ਤੁਸੀਂ ਉਹ ਆਪਣਾ ਰੈਫਰੈਂਸ ਨੰਬਰ ਦੇ ਕੇ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੈਗੇ ਵੀ ਤੁਹਾਨੂੰ ਪ੍ਰੋਵਾਈਡ ਕੀਤੀ ਜਾਵੇ ਕਾਪੀ। ਅਦਰਵਾਈਜ਼ ਤੁਸੀਂ ਜਿਹੜੇ ਉਹਨਾਂ ਨੂੰ ਇੱਕ ਪ੍ਰੀ ਐਕਸ਼ਨ ਪ੍ਰੋਟੋਕੋਲ ਵੀ ਕਰ ਸਕਦੇ ਹੈਗੇ ਵੀ ਜਿਹਦੇ ਵਿੱਚ ਤੁਸੀਂ ਉਹਨਾਂ ਨੂੰ ਚੈਲੰਜ ਕਰ ਸਕਦੇ ਹੋ ਵੀ ਬਾਈ ਲਾਅ ਉਹਨਾਂ ਦੀ ਰਿਕੁਆਇਰਮੈਂਟ ਸੀਗੀ ਤੁਹਾਨੂੰ ਰਿਟਰਨ ਦੇ ਵਿੱਚ ਡਿਸੀਜਨ ਦੇਣਾ ਤੇ ਇਹ ਤੁਹਾਡੇ ਕੋਲ ਰੈਮੇਡੀਜ਼ ਹੈਗੀਆਂ। ਪਰ ਆਈ ਵੁੱਡ ਸਟਾਰਟ ਵਿਦ ਈਮੇਲ ਫਰਸਟ। ਵੀ ਉਹਨਾਂ ਨੂੰ ਕਹੋ ਵੀ ਤੁਸੀਂ ਉਹਨਾਂ ਨੂੰ ਪਹਿਲੇ ਸੈਂਡ ਕਰੋ ਉਹਨਾਂ ਨੂੰ ਜਿਹੜੀ ਰੈਲੇਵੈਂਟ ਜਿਹੜੀ ਬ੍ਰਿਟਿਸ਼ ਹਾਈ ਕਮਿਸ਼ਨ ਜਿਹੜੀ ਵੀ ਹੈਗੀ ਹੈ ਤੇ ਉਹਨਾਂ ਨੂੰ ਪਹਿਲੇ ਈਮੇਲ ਦੇ ਉੱਤੇ ਪੁੱਛੋ ਵੀ ਸਾਨੂੰ ਪਲੀਜ਼ ਕਾਪੀ ਪ੍ਰੋਵਾਈਡ ਕੀਤੀ ਜਾਵੇ। ਇਹ ਬੈਸਟ ਕੋਰਸ ਆ ਤੁਹਾਡਾ। ਤੇ ਰਿਜੈਕਸ਼ਨ ਦਾ ਜਿਹੜਾ ਹੁੰਦਾ ਉਹ ਦੱਸ ਦਿੰਦੇ ਨੇ ਕਿ ਕੀ ਉਹ ਰੀਜ਼ਨ ਹੈਗਾ ਦੇ ਨੋਰਮਲੀ ਟੈਲ ਯੂ ਦੇ ਵਿੱਚ ਅੰਡਰ ਦ ਰੈਗੂਲੇਸ਼ਨ ਉਹਨਾਂ ਨੂੰ ਜਿਹੜੀ ਇਹਨਾਂ ਨੇ 2003 ਦੀ ਜਿਹੜੀ ਮੇਨ ਰੈਗੂਲੇਸ਼ਨ ਹੈਗੀ ਨੋਟਿਸ ਰੈਗੂਲੇਸ਼ਨ ਉਹਦੇ ਅੰਡਰ ਇਹਨਾਂ ਨੂੰ ਬਾਈ ਲਾਅ ਰਿਟਰਨ ਦੇ ਵਿੱਚ ਡਿਸੀਜਨ ਦੇਣੇ ਹੀ ਪੈਣੇ ਹੈਗੇ ਆ ਤੇ ਉਹਨਾਂ ਨੂੰ ਜਾਂ ਪਰ ਜਿੱਦਾਂ ਪਹਿਲੇ ਆਪਣਾ ਰਿਸਪੌਂਸ ਰਿਟਰਨ ਪੈਕ ਚੈੱਕ ਕਰਨ ਨਹੀਂ ਤੇ ਉਹਨਾਂ ਨੂੰ ਈਮੇਲ ਕਰਨ। ਫਿਰ ਬੈਸਟ ਆਪਸ਼ਨ ਹੈ। ਬਹੁਤ ਅੱਛੇ ਇਕਬਾਲ ਜੀ, ਕੁਝ 1.5 ਮਿੰਟ ਰਹਿੰਦਾ ਇੱਕ ਮੈਂ ਤੁਹਾਨੂੰ ਹੋਰ ਸਵਾਲ ਪੁੱਛ ਸਕਦਾ ਜਸਟ ਅਬਾਊਟ ਭਾਜੀ ਉਹਦੇ ਭਰਾ ਨੇ ਸਵਾਲ ਪੁੱਛਿਆ ਉਹਦਾ ਬ੍ਰਦਰ ਨਾ ਸਟੱਡੀ ਪ੍ਰੋਗਰਾਮ ਤੇ ਆਇਆ 2 ਸਾਲ ਦੇ ਉੱਪਰ ਤੇ ਉਹਦੇ ਪਾਸ ਪੈਸੇ ਹੈਗੇ ਨੇ ਸਟੱਡੀ ਕਰਨ ਲਈ ਇਨਫ ਹੈਗੇ ਨੇ ਲੇਕਿਨ ਜਿਹੜਾ ਅਕੋਮੋਡੇਸ਼ਨ ਹੈਗਾ ਤੇ ਉਹਦਾ ਖਾਣ ਪੀਣ ਦਾ ਉਹ ਭਰਾ ਕਹਿੰਦਾ ਜੇ ਮੈਂ ਕਹਾਂ ਕਿ ਮੈਂ ਇਹਨੂੰ ਲੁੱਕ ਆਫਟਰ ਕਰਾਂਗਾ ਮੇਰੇ ਤੇ ਡਿਪੈਂਡੈਂਟ ਹੈਗਾ ਉਹਦੇ ਕੇਸ ਤੇ ਕੋਈ ਫਰਕ ਹੋਏਗਾ ਕਰ ਸਕਦਾ ਕੈਨ ਯੂ ਡੂ ਦੈਟ। ਉਹਨਾਂ ਨੂੰ ਲਿਵਿੰਗ ਐਕਸਪੈਂਸ ਦਿਖਾਣੇ ਪੈਣੇ ਹੈਗੇ ਆ। ਸੈਡਲੀ ਭਰਾ ਦੇ ਅਕਾਊਂਟ 'ਚ ਜੇ ਪੈਸੇ ਹੈਗੇ ਤੇ ਉਹ ਨਹੀਂ ਗੱਲ ਬਣਨੀ ਹੈਗੀ। ਪੇਰੈਂਟਸ ਦੇ ਨਾਮ ਤੇ ਪੈਸੇ ਹੋਣੇ ਚਾਹੀਦੇ ਆ ਤੇ ਪੇਰੈਂਟਸ ਕੋਲੋਂ ਅਪਰੂਵਲ ਹੋਣੀ ਚਾਹੀਦੀ ਹੈ ਇਨ ਦਾ ਫਾਰਮ ਆਫ ਦੀ ਐਫੀਡੇਵਿਟ ਵੀ ਉਹਨਾਂ ਨੂੰ ਕੋਈ ਆਬਜੈਕਸ਼ਨ ਨਹੀਂ ਹੈਗੀ ਯੂਜ਼ ਕਰ ਸਕਦਾ। ਜੇ ਭਰਾ ਨੇ ਹੈਲਪ ਕਰਨੀ ਹੈਗੀ ਆ ਤੇ ਬੈਸਟ ਤੁਹਾਡੇ ਲਈ ਇਹ ਹੈ ਵੀ ਤੁਸੀਂ ਉਹਦੇ ਆਪਣੇ ਅਕਾਊਂਟ 'ਚ ਉਹਦੇ ਅਕਾਊਂਟ 'ਚ ਤੁਸੀਂ ਪੈਸੇ ਟ੍ਰਾਂਸਫਰ ਕਰੋ 28 ਡੇਜ਼ ਪੁਰਾਣੇ ਤੁਸੀਂ ਕਰ ਸਕਦੇ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਉਹ ਪੈਸੇ ਨੂੰ ਤੁਸੀਂ ਦਿਖਾ ਸਕਦੇ ਹੈਗੇ ਆਪਣੇ ਵੀਜ਼ਾ ਪਰਪਸਿਸ ਵਾਸਤੇ। ਪਰ ਜੇ ਭਰਾ ਦੇ ਅਕਾਊਂਟ 'ਚ ਪੈਸੇ ਹੈਗੇ ਆ ਆਪਣਾ ਮਾਫ ਕਰਿਓ ਉਹ ਤੁਹਾਡੇ ਚੱਲਣੇ ਨਹੀਂ ਹੈਗੇ ਤੇ ਇਸ ਕਰਕੇ ਜਾਂ ਤਾਂ ਤੁਹਾਨੂੰ ਟ੍ਰਾਂਸਫਰ ਕਰਨੇ ਪੈਣੇ ਤੇ ਜਾਂ ਪੇਰੈਂਟਸ ਦਿਖਾ ਸਕਦੇ। ਇਕਬਾਲਦੀਪ ਜੀ ਮਾਫੀ ਚਾਹਾਂਗਾ ਟਾਈਮ ਬੜੀ ਫਾਸਟ ਜਾਂਦਾ ਇਜਾਜ਼ਤ ਨਹੀਂ ਦਿੰਦਾ। ਥੈਂਕ ਯੂ ਸੋ ਮਚ, ਬਹੁਤ ਐਪਰੀਸ਼ੀਏਟ ਕਰਦੇ ਹਾਂ ਕਿ ਤੁਸੀਂ ਟਾਈਮ ਕੱਢ ਕੇ ਐਵਰੀ ਮੰਡੇ ਆਉਂਦੇ ਹੋ। Please keep watching the Card channel. Immigration the show every Monday from 6 to 7 o'clock. बड़े informative, बड़े educational सवाल जवाब होंगे ने जो हर एक लागू होंगे ने। Next week same time फिर मुलाकात होगी, तब तक रब रखा। वाहिगुरू जी का खालसा वाहिगुरू जी की फतेह।